ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਦੇਸ਼ ਦੇ ਜੋ ਹਾਲਾਤ ਨੇ, ਭਾਰਤ ਦੇ ਜੋ ਹਾਲਾਤ ਨੇ, ਜਦੋਂ ਤੁਸੀਂ ਉਹਨਾਂ ਵੱਲ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖਦੇ ਹੋ, ਖਾਸ ਕਰਕੇ ਪਿਛਲੇ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਮਨੀਪੁਰ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਔਰਤਾਂ ਨੂੰ ਉੱਥੇ ਨਿਰਵਸਤਰ ਕਰਕੇ ਤੇ ਸੜਕਾਂ ਦੇ ਉੱਪਰ ਘੁਮਾ ਦਿੱਤਾ ਜਾਂਦਾ ਹੈ। ਇਦਾਂ ਦੇ ਹਾਲਾਤ ਜਦੋਂ ਤੁਸੀਂ ਦੇਖਦੇ ਹੋ, ਹੁਣ ਪਿਛਲੇ ਦਿਨਾਂ ਤੋਂ ਲਗਾਤਾਰ ਹਰਿਆਣੇ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ, ਨੂਹ ਦੇ ਵਿੱਚ, ਤੁਹਾਡਾ ਦਿਲ ਝੰਜੋੜਿਆ ਜਾਂਦਾ, ਤੁਹਾਡਾ ਹਿਰਦਾ ਇੱਕ ਵਾਰ ਜ਼ਰੂਰ ਛਲਣੀ ਹੁੰਦਾ ਹੋਊਗਾ ਵੀ ਕਿਵੇਂ ਉੱਥੇ ਮੁਸਲਮਾਨਾਂ ਨੂੰ। ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀਗਾ, ਤੁਹਾਡੇ ਵਿੱਚੋਂ ਵੀ ਹੋ ਸਕਦਾ ਕਈਆਂ ਨੇ ਜ਼ਰੂਰ ਦੇਖੀ ਹੋਊਗੀ ਕਿ ਉਸ ਵੀਡੀਓ ਦੇ ਵਿੱਚ ਕਿੱਦਾਂ ਨਜ਼ਰ ਆ ਰਿਹਾ ਹੈਗਾ ਕਿ ਇੱਕ ਮੁਸਲਮਾਨ ਚਿੱਟੀ ਦਾੜੀ ਹੈਗੀ ਆ, ਸੋ ਪਤਾ ਲੱਗਦਾ ਹੈਗਾ ਕਿ ਕਾਫੀ ਜ਼ਿਆਦਾ ਉਮਰ ਦਾ ਹੈਗਾ। ਉਹ ਮੂਹਰੇ ਦੌੜ ਰਿਹਾ ਤੇ ਪਿੱਛੇ ਭੀੜਾਂ ਉਹਨੂੰ ਕੁੱਟਣ ਵਾਸਤੇ, ਉਹਨੂੰ ਮਾਰਨ ਦੇ ਵਾਸਤੇ ਦੌੜ ਰਹੀਆਂ ਨੇ। ਇੱਕ ਪੁਲਿਸ ਵਾਲਾ ਭਾਵੇਂ ਕਿ ਉਸ ਵੀਡੀਓ ਦੇ ਵਿੱਚ ਇਉਂ ਨਜ਼ਰ ਆਉਂਦਾ ਕਿ ਜਿਵੇਂ ਉਹਨੂੰ ਬਚਾਉਣ ਦਾ ਯਤਨ ਕਰ ਰਿਹਾ ਹੈਗਾ, ਪਰ ਇਹਦੇ ਬਾਵਜੂਦ ਵੀ ਇਹ ਤਾਂ ਇੱਕ ਵੀਡੀਓ ਸਾਹਮਣੇ ਆ ਜਾਂਦੀ ਹੈਗੀ ਹੈ। ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਆਉਂਦੀਆਂ, ਬਹੁਤ ਸਾਰੀਆਂ ਵੀਡੀਓਜ਼ ਇਦਾਂ ਦੀਆਂ ਵੀ ਵਾਇਰਲ ਹੋ ਰਹੀਆਂ ਨੇ ਜਿੱਥੇ ਪੁਲਿਸ ਵਾਲੇ ਲਾਗੇ ਖੜੇ ਨੇ ਪਰ ਉੱਥੇ ਕੋਈ ਵੀ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਤੁਹਾਨੂੰ 1984 ਵੀ ਚੇਤੇ ਆਉਂਦੀ ਹੋਊਗੀ, ਤੁਹਾਨੂੰ ਨਵੰਬਰ 1984 ਵੀ ਚੇਤੇ ਆਉਂਦਾ ਹੋਊਗਾ। ਉਸ ਵੇਲੇ ਭਾਵੇਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀਗਾ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਅੱਜ ਲੋਕ ਕੰਪੈਰੀਜ਼ਨ ਕਰ ਰਹੇ ਨੇ ਕਿ ਜੋ ਕੁਝ ਅੱਜ ਵਾਪਰ ਰਿਹਾ ਹੈਗਾ ਕਿਸੇ ਹੋਰ ਦੇ ਨਾਲ ਵਾਪਰ ਰਿਹਾ ਹੈਗਾ, ਉਦੋਂ ਸਿੱਖਾਂ ਦੇ ਨਾਲ ਵੀ ਆ ਸਾਰਾ ਕੁਝ ਵਾਪਰਿਆ ਹੋਊਗਾ। ਹੁਣ ਜਦੋਂ ਤੁਸੀਂ ਇਦਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋ ਤਾਂ ਜਿਨ੍ਹਾਂ ਦੇ ਅੰਦਰ ਤਾਂ ਜਜ਼ਬਾਤ ਹੈਗੇ ਨੇ, ਜਿਨ੍ਹਾਂ ਦਾ ਦਿਲ ਕੰਮ ਕਰਦਾ ਹੈਗਾ, ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਵਿੱਚੋਂ ਬਹੁਤਿਆਂ ਨੂੰ ਹੋ ਸਕਦਾ ਰਾਤ ਨੂੰ ਨੀਂਦ ਨਾ ਆਉਂਦੀ ਹੋਵੇ। ਪਰ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਨੇ ਜਿਹੜੇ ਸੋਚਦੇ ਹੋਣਗੇ ਕਿ ਸਾਨੂੰ ਇਦਾਂ ਦੀਆਂ ਘਟਨਾਵਾਂ ਵੇਖ ਕੇ ਨੀਂਦ ਨਹੀਂ ਆਉਂਦੀ, ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਤੁਸੀਂ ਆਰਾਮ ਦੇ ਨਾਲ ਸੌਂ ਸਕਦੇ ਹੋ। ਜੇ ਤੁਸੀਂ ਸੌਣਾ ਚਾਹੋ ਤਾਂ ਸੌਣ ਦੇ ਤੁਹਾਡੇ ਕੋਲ ਬਹੁਤ ਸਾਰੇ ਤਰੀਕੇ ਹੈਗੇ ਨੇ। ਤੁਸੀਂ ਨੀਂਦ ਦੀਆਂ ਗੋਲੀਆਂ ਖਾ ਸਕਦੇ ਹੋ, ਤੁਸੀਂ ਚਿੱਟੇ ਦੀ ਡੋਜ਼ ਲੈ ਸਕਦੇ ਹੋ, ਤੁਸੀਂ ਨਸ਼ੇ ਕਰ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਹੋਰ ਰੰਗਾਂ ਦੇ ਵਿੱਚ ਗਲਤਾਨ ਕਰ ਸਕਦੇ ਹੋ, ਤਾਂ ਤੁਹਾਨੂੰ ਬੜੀ ਬੇਫਿਕਰੀ ਦੀ ਨੀਂਦ ਆ ਜਾਊਗੀ। ਔਰ ਨੀਂਦ ਤੁਹਾਨੂੰ ਇੰਨੀ ਜ਼ਿਆਦਾ ਗਹਿਰੀ ਆ ਜਾਊਗੀ ਕਿ ਜੇ ਕਿਸੇ ਨੇ ਚਿੱਟੇ ਦੀ ਜ਼ਿਆਦਾ ਓਵਰਡੋਜ਼ ਲੈ ਲਈ ਤਾਂ ਤੁਹਾਨੂੰ ਸਦਾ ਦੀ ਨੀਂਦ ਵੀ ਆ ਜਾਊਗੀ। ਸੋ ਇਹ ਵੀ ਇੱਕ ਤਰੀਕਾ ਹੈਗਾ ਆਪਣੇ ਆਪ ਨੂੰ ਉੱਦਾਂ ਦੇ ਮਾਹੌਲ ਤੋਂ ਮੁਕਤ ਕਰਕੇ ਕਿਉਂਕਿ ਜਦੋਂ ਤੁਹਾਨੂੰ ਆ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਣ ਨੂੰ ਮਿਲਦਾ ਹੈਗਾ, ਤੁਹਾਡਾ ਹਿਰਦਾ ਛਲਣੀ ਹੁੰਦਾ ਹੈਗਾ। ਮੈਂ ਜਿਹੜੀਆਂ ਬਾਅਦ ਵਿੱਚ ਗੱਲਾਂ ਕੀਤੀਆਂ ਨੇ, ਨਸ਼ੇ ਦੀ ਓਵਰਡੋਜ਼ ਵਾਲੀ ਗੱਲ ਜਾਂ ਕੋਈ ਹੋਰ, ਮੈਂ ਬੜੇ ਦੁਖੀ ਦਿਲ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਕਰ ਰਿਹਾ ਕਿਉਂਕਿ ਪੰਜਾਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੋਂ ਦੇ ਅਸੀਂ ਵਸਿੰਦੇ ਹੈਗੇ ਆ, ਜਿੱਥੇ ਬੈਠ ਕੇ ਮੈਂ ਵੀ ਇਹ ਗੱਲ ਕਰ ਰਿਹਾ ਹੈਗਾ, ਜਿੱਥੇ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ ਹੋਇਆ ਕਰਦਾ ਸੀਗਾ, ਉਸ ਧਰਤੀ ਦੇ ਉੱਪਰ ਜਿਹੜੇ ਲੋਕ ਰਖਵਾਲੇ ਸੀਗੇ, ਜਿਹੜੇ ਪੂਰੀ ਦੁਨੀਆ ਨੂੰ, ਜਿਹੜੇ ਪੂਰੇ ਮੁਲਕ ਨੂੰ ਰਾਖੀ ਕਰ ਲੈਂਦੇ ਸੀਗੇ, ਜਿਹੜੇ ਇਸ ਮੁਲਕ ਨੂੰ ਆਜ਼ਾਦ ਕਰਵਾ ਸਕਦੇ ਸੀਗੇ ਕਿ ਅਸੀਂ ਇਸ ਮੁਲਕ ਨੂੰ ਆਜ਼ਾਦ ਕਰਵਾ ਸਕਦੇ ਹਾਂ, ਉਹ ਲੋਕ ਜਿਹੜੇ ਇਹ ਗੱਲ ਕਹਿੰਦੇ ਆ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਤਰਾਸਦੀ ਆਉਂਦੀ ਆ ਤਾਂ ਅਸੀਂ ਉੱਥੇ ਜਾ ਕੇ ਲੋਕਾਂ ਦੀ ਬਾਹ ਫੜ ਸਕਦੇ ਹਾਂ। ਸੋ ਉਸ ਧਰਤੀ ਦੇ ਉੱਪਰ ਉੱਥੋਂ ਦੇ ਵਸਿੰਦਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਛੋਟੀਆਂ ਸਮੱਸਿਆਵਾਂ, ਛੋਟੀਆਂ ਮੁਸ਼ਕਲਾਂ, ਛੋਟੀਆਂ ਮੁਸੀਬਤਾਂ ਤੋਂ ਘਬਰਾ ਕੇ ਕਹਿ ਲਓ ਵੀ ਸਰਕਾਰਾਂ ਦੀਆਂ ਗਲਤ ਨਲਾਇਕੀਆਂ, ਸਰਕਾਰਾਂ ਦੀਆਂ ਗਲਤ ਨੀਤੀਆਂ ਤੇ ਸਰਕਾਰਾਂ ਦੀਆਂ ਨਲਾਇਕੀਆਂ, ਸਰਕਾਰਾਂ ਦਾ ਫੇਲੀਅਰ ਜਦੋਂ ਉਹ ਤੱਕਦੇ ਨੇ, ਉਹਨਾਂ ਨੂੰ ਜੌਬ ਨਹੀਂ ਮਿਲਦੀ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹੈਗੀ, ਉਹ ਸਮੱਸਿਆਵਾਂ ਦੇ ਨਾਲ ਜੂਝਦੇ ਹੋਏ ਉਹ ਪਹਿਲਾਂ ਇਹ ਸੋਚਦੇ ਆ ਵੀ ਚਲੋ ਸਾਨੂੰ ਕੋਈ ਚੰਗੀ ਜ਼ਿੰਦਗੀ ਮਿਲੂਗੀ, ਪਰ ਜਦੋਂ ਨਹੀਂ ਮਿਲਦਾ ਫਿਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ। ਹੌਲੀ ਫਿਰ ਜਿਹੜੇ ਲੋਕ ਨਸ਼ਿਆਂ ਦੇ ਆਦੀ ਨੇ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਨੇ ਤੇ ਫਿਰ ਉਹ ਵੀ ਉਸੇ ਵਹਿਣ ਵਿੱਚ ਬਹਿ ਜਾਂਦੇ ਨੇ। ਉਸ ਤੋਂ ਬਾਅਦ ਫਿਰ ਕੋਈ ਫਿਕਰ ਹੀ ਨਹੀਂ ਹੈਗੀ ਮਾਂ ਦੇ ਨਾਲ ਕੀ ਹੋ ਰਿਹਾ, ਭੈਣ ਦੇ ਨਾਲ ਕੀ ਹੋ ਰਿਹਾ, ਪਤਨੀ ਦੇ ਨਾਲ ਕੀ ਹੋ ਰਿਹਾ, ਬੱਚਿਆਂ ਦੇ ਨਾਲ ਕੀ ਹੋ ਰਿਹਾ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ, ਬਿਲਕੁਲ ਫਿਕਰ ਤੋਂ ਮੁਕਤ ਹੋ ਜਾਂਦੇ ਨੇ। ਇਹ ਤਾਂ ਗੱਲ ਹੋ ਗਈ ਉਹਨਾਂ ਲੋਕਾਂ ਦੀ ਜਿਹੜੇ ਨਸ਼ਿਆਂ ਦੇ ਆਦੀ ਨੇ। ਮੈਂ ਹੁਣ ਗੱਲ ਕਰਦਾ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ। ਮੈਂ ਇੱਕ ਮੁਸਲਮਾਨ ਦੀ ਗੱਲ ਕੀਤੀ ਆ ਵੀ ਕਿਵੇਂ ਉਹਨੂੰ ਭੀੜਾਂ ਦੇ ਵੱਲੋਂ ਦੜਾ ਕੇ ਕੁੱਟਿਆ ਜਾ ਰਿਹਾ ਹੈਗਾ। ਔਰ ਤੁਸੀਂ ਦੇਖੋ ਜਿਹੜੀਆਂ ਘਟਨਾਵਾਂ ਇਹ ਪਿਛਲੇ ਦਿਨਾਂ ਤੋਂ ਲਗਾਤਾਰ ਹਰਿਆਣੇ ਦੇ ਵਿੱਚ ਵਾਪਰ ਰਹੀਆਂ ਨੇ, ਉਹਨਾਂ ਘਟਨਾਵਾਂ ਦੇ ਵਿੱਚ ਹੁਣ ਤੱਕ ਕਈਆਂ ਦੀ ਮੌਤ ਹੋ ਗਈ ਹੈ। ਭਾਵੇਂ ਕਿ ਕੋਈ 5 ਦੱਸਦਾ, ਕੋਈ 6 ਦੱਸਦਾ, ਕੋਈ 7 ਦੱਸਦਾ ਕਿ ਇੰਨੀਆਂ ਮੌਤਾਂ ਹੋ ਗਈਆਂ ਨੇ, ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਨੇ, ਪਰ ਮੌਤਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਗਰਾਊਂਡ ਦੇ ਉੱਪਰ ਜਾ ਕੇ ਤੁਸੀਂ ਜੇ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕਰੋ ਤਾਂ ਹੋ ਸਕਦਾ ਤੁਹਾਨੂੰ ਉੱਥੇ ਰਿਪੋਰਟਿੰਗ ਨਾ ਕਰਨ ਦਿੱਤੀ ਜਾਵੇ। ਰਿਪੋਰਟਿੰਗ ਉਹਨਾਂ ਲੋਕਾਂ ਨੂੰ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੇ ਉਸ ਖਾਤੇ ਦੇ ਵਿੱਚ ਭੁਗਤਣਾ ਹੈਗਾ, ਜਿਨ੍ਹਾਂ ਨੇ ਉਸ ਰਿਪੋਰਟ ਨੂੰ ਉਸ ਖਾਤੇ ਦੇ ਵਿੱਚ ਭੁਗਤਾਉਣਾ ਹੈਗਾ, ਜਿਹੜਾ ਖਾਤਾ ਇੱਥੋਂ ਦੀਆਂ ਹਕੂਮਤਾਂ ਨੇ ਖੋਲ੍ਹ ਕੇ ਰੱਖਿਆ ਹੋਇਆ ਹਿੰਦੂ ਰਾਸ਼ਟਰ ਦਾ ਏਜੰਡਾ। ਘਟਨਾ ਭਾਵੇਂ ਕੋਈ ਵੀ ਵਾਪਰਦੀ ਹੈ, ਉਹਦੇ ਪਿੱਛੇ ਕਾਰਨ ਭਾਵੇਂ ਕੋਈ ਵੀ ਦੱਸਿਆ ਜਾਂਦਾ, ਪਰ ਗੱਲ ਨੂੰ ਬੜੇ ਹੀ ਸਹਿਜੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਜਦੋਂ ਸੰਸਦ ਦੇ ਬਰਾਬਰ ਇੱਕ ਸੰਸਦ ਦੀ ਨਵੀਂ ਬਿਲਡਿੰਗ ਖੜੀ ਕਰ ਦਿੱਤੀ ਜਾਂਦੀ ਹੈ, ਜਦੋਂ ਸਾਰਾ ਕੁਝ ਸਾਡੇ ਸਾਹਮਣੇ ਹੋਵੇ,
ਕਿ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਝੰਡਾ, ਜਦੋਂ ਉਹਨਾਂ ਦੇ ਇਦਾਂ ਦੇ ਏਜੰਡੇ ਤੁਹਾਡੇ ਸਾਹਮਣੇ ਹੋਣ ਤਾਂ ਉਸ ਵੇਲੇ ਭਾਵੇਂ ਕੋਈ ਤੁਹਾਨੂੰ ਇਹ ਗੱਲ ਵੀ ਕਿਉਂ ਨਾ ਆਖੇ ਕਿ ਕਿਸੇ ਘੱਟ ਗਿਣਤੀ ਕੌਮ ਦੇ ਕਿਸੇ ਖਾਸ ਬੰਦੇ ਨੇ ਕੋਈ ਕਿਸੇ ਦੇ ਨਾਲ ਵੱਧ ਸਲੂਕੀ ਕਰ ਦਿੱਤੀ ਹੈ ਜਾਂ ਕੋਈ ਵਧੀਕੀ ਕਰ ਦਿੱਤੀ ਹੈ ਵੀ ਉਸ ਤੋਂ ਬਾਅਦ ਸਾਰਾ ਕੁਝ ਵਾਪਰ ਗਿਆ, ਉਹ ਇੱਕ ਬਹਾਨਾ ਹੁੰਦਾ ਹੈਗਾ। ਇਹਨਾਂ ਗੱਲਾਂ ਨੂੰ ਤੁਸੀਂ ਸਹਿਜੇ ਹੀ ਸਮਝ ਸਕਦੇ ਹੋ। ਮੈਂ ਜਦੋਂ ਬਹੁਤ ਜ਼ਿਆਦਾ ਪਿੱਛੇ ਜਾਊਂਗਾ, ਬਹੁਤ ਜ਼ਿਆਦਾ ਨਹੀਂ, ਥੋੜਾ ਹੀ ਪਿੱਛੇ ਹੈਗਾ, ਪਰ ਕਈਆਂ ਵਾਸਤੇ ਬਹੁਤ ਜ਼ਿਆਦਾ ਹੁੰਦਾ ਹੈਗਾ। 37-38 ਵਰੇ ਬੀਤ ਜਾਂਦੇ ਆ। ਮੈਂ 1984 ਦੀ ਗੱਲ ਕਰਦਾ, ਇੰਦਰਾ ਗਾਂਧੀ ਦੀ ਗੱਲ ਕਰਦਾ। ਦੇਸ਼ ਦੀ ਪ੍ਰਧਾਨ ਮੰਤਰੀ ਸੀਗੀ ਇੰਦਰਾ ਗਾਂਧੀ ਨੂੰ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਗੋਲੀਆਂ ਮਾਰ ਦਿੰਦੇ ਨੇ ਤਾਂ ਹੁਣ ਜਿਹੜੇ ਤਾਂ ਇਹ ਗੱਲ ਕਹਿੰਦੇ ਆ ਕਿ 2 ਜਣੇ ਸੀਗੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਮਰਡਰ ਕੀਤਾ ਸੀਗਾ, ਉਹਨਾਂ ਵਿੱਚੋਂ ਇੱਕ ਨੂੰ ਮੌਕੇ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ। ਭਾਈ ਬੇਅੰਤ ਸਿੰਘ ਨੂੰ, ਭਾਈ ਸਤਵੰਤ ਸਿੰਘ ਨੂੰ ਤੇ ਭਾਈ ਕੇਹਰ ਸਿੰਘ ਨੂੰ ਬਾਅਦ ਵਿੱਚ ਫਾਂਸੀ ਦੇ ਉੱਪਰ ਲਟਕਾ ਕੇ ਇਸ ਕੇਸ ਦੇ ਵਿੱਚ ਸਜ਼ਾਏ ਮੌਤ ਦਿੱਤੀ ਜਾਂਦੀ ਹੈ। ਉਹਨਾਂ ਨੂੰ ਫਾਂਸੀ ਦੇ ਉੱਪਰ ਲਟਕਾ ਕੇ ਤੇ ਫਿਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਤਾਂ ਹੁਣ ਗੱਲ ਇਹ ਹੋ ਗਈ ਕਿ 2 ਜਣੇ ਸੀਗੇ ਜੀ ਉਹ ਇੰਦਰਾ ਗਾਂਧੀ ਨੂੰ ਜਿਨ੍ਹਾਂ ਨੇ ਮਾਰਿਆ। ਫਿਰ ਬਾਕੀ ਜਿਹੜੇ ਲੋਕ ਸੀਗੇ ਆਪਣੇ ਘਰਾਂ ਦੇ ਵਿੱਚ ਬੈਠੇ ਸੀਗੇ, ਉਹਨਾਂ ਦਾ ਭਲਾ ਕੀ ਕਸੂਰ ਸੀ? ਕੀ ਉਹਨਾਂ ਦਾ ਕਸੂਰ ਇਹ ਸੀ? ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਹੈਗਾ, ਜਿਹੜੇ ਲੋਕ ਇਹ ਮੰਨਦੇ ਆ कि इंदिरा हमारी माँ थी और वो आतंकवादी थे, आतंकवादियों के बहकावे में आ गए थे। मैं उन्होंने लोगों बारे गल कर रहा जिन्होंने ये लगता कि इंदिरा गांधी बहुत अच्छी शासक थी, इंदिरा गांधी बहुत वधिया राज प्रबंध चलाउंदी सी, उहदे अपने ही बॉडीगार्डां ने उहदा कतल कर दिता भी उन्होंने बहुत गलत कर दिता। मैं उन्होंने दे बारे ही गल कर रहा है भी वो लोग जे इदा मनते भी है तो मैं उन्होंने सवाल करना चाहना फिर भाई सतवंत सिंह ते भाई बेअंत सिंह तो इलावा भाई केहर सिंह तो इलावा फिर की बाकी लोग भी उहदे लई जिम्मेवार सीगे। ये मैं गल इस करके समझाउण वास्ते कर रहा भी जे किसी नूं ना समझ आउंदी होवे, कोई सौखा ही इस गल नूं समझना चाहे तो इदा समझ सकदा। इत्थे गल ये नहीं हैगी भी किहने कीता हैगा की कीता हैगा, इत्थे कम्यूनिटी नूं टारगेट कीता जांदा हैगा, कोई ना कोई बहाना कढ लिया जांदा हैगा या जे कोई घटना वापरी तो उस घटना नूं आधार बना के, क्योंकि अगले कहंदे हुण सानूं बहाना मिल गया, हुण पूरी कौम नूं तुसीं कतलेआम कर सकते हो, हुण तुसीं पूरी कौम नूं अपने निशाने ते लै सकते हो। तैयारियां हुंदियां ने, एक रात दे विच भला तैयारियां हो जांदियां ने। हुण ते बहुत कुछ जग ज़ाहर हो रहा हैगा। अगलियां दे एजेंडे पहलां मैं तुहानूं दस के हटिया, हिंदू हिंदी और हिंदू राष्ट्र का एजेंडा। अगले कह रहे हैं कि असीं हम इस देश को देश बदल रहा है। जो प्रधानमंत्री नरेंद्र मोदी अपन स्पीचों के इदां दीयां गल्लां करते हैं कि देश बदल रहा है, तो मैं उस वेले वाकई कई बार सोचता है कि वाकई 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 देश बदल रहा है। मैं कई बार अपने अंदरों मेरे एक हूक निकलती है कि इस मुल्क की खातर जिहड़े लोग ये गल कहंदे आ जज्बाती हो जाते हैं कि असीं इस मुल्क की खातर 85% तो वध कुर्बानियां कीतियां। मैं सिखां की गल करदा, चलो मैं उन्होंने भी छड़ देना। कई इतराज़ कर सकते हैं कि सिखां की गल करी जाता, सिखां की गल करी जाता, पंजाबियों की गल करी जाता, गैर पंजाबियों की गल कर लो। कलकत्ते के लोग भी होणगे, वैस्ट बंगाल के लोग भी होणगे, यूपी के लोग भी होणगे, वख-वख सूबियां के लोग होणगे। उन्हां समय दे विच सारे ही मुल्क दे विचों अंग्रेज़ां दे खिलाफ एक जदोजहद चल रही सी भी आपां अंग्रेज़ां नूं इस मुल्क दे विचों बाहर किद्दां कढणा, असीं आज़ाद किद्दां होणा। हुण जिहड़े लोग वो सगे भावें कोई भी होवे सिखां तो इलावा भी बाकी सारे क्यों ना होण, मैं कई बार मेरे दिल दे विचों एक हूक निकलदी है जदों मोदी साहब कहंदे ने कि देश बदल रहा है, देश बदल रहा है। वो लोग बड़े माण दे नाल महसूस करते होणगे कि असीं भावें फांसियां दे तख्ते दे उपर झूल गए, भावें असीं दुनिया दे विच नहीं रहे, भावें असीं अगले जहाने तुर गए, पर शायद किते उन्हां दी रूह इत्थे भटकदी होवे, उन्हां नूं लगदा होवे कि हाँ बई अंग्रेज़ इत्थों निकल गए, हमारा मुल्क आज़ाद हो गया। हिंदी जिहड़े बोलते बाकी इलाकों के लोगों की गल कर रहे हाँ, उन्होंने फखर महसूस होंदा होगा, उन्हों की आत्मा नूं एक शांति मिलती होगी, उन्हों की आत्मा संतुष्ट होंदी होगी कि मुल्क आज़ाद हो गया। हुण इस मुल्क के वसिंदे आज़ादी का निग मानणगे, पर जदों हुण वो ਜਿਹੜੇ ਹੁਣ ਦੇ ਮੌਜੂਦਾ ਪ੍ਰਧਾਨ ਮੰਤਰੀ ਹੈਗੇ ਨੇ, ਹੁਣ ਵਾਲੀਆਂ ਸਰਕਾਰਾਂ ਨੇ, ਜਦੋਂ ਉਹਨਾਂ ਵੱਲੇ ਝਾਕਦੇ ਹੋਣਗੇ ਤਾਂ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤਦੀ ਹੋਊਗੀ। ਮੈਂ ਕਈ ਵਾਰ ਸੋਚਦਾ ਕਿ ਕਿਤੇ ਉਹ ਕਬਰਾਂ ਦੇ ਵਿੱਚੋਂ ਉੱਠ ਖਲੋਣ, ਕਿਤੇ ਮੜੀਆਂ ਦੇ ਵਿੱਚੋਂ ਉਹਨਾਂ ਦੀਆਂ ਆਤਮਾਵਾਂ ਕਿਤੇ ਸਰੀਰ ਉੱਠ ਕੇ ਖੜੇ ਹੋ ਜਾਣ, ਕਿਤੇ ਦੁਬਾਰਾ ਜਿੱਦਾਂ ਆਪਾਂ ਕਹਿੰਦੇ ਪਏ ਰੀਲ ਰਿਵਰਸ ਹੋ ਗਈ, ਕਿਤੇ ਸਾਰਾ ਕੁਝ ਰਿਵਰਸ ਹੋ ਸਕੇ ਤਾਂ ਆ ਕੇ ਇਹਨਾਂ ਦੇ ਮੂਹਰੇ ਖੜ ਜਾਣ, ਆ ਕੇ ਇਹਨਾਂ ਨੂੰ ਪੁੱਛਣ। ਉਹ ਮੇਰਾ ਦਿਲ ਕਹਿੰਦਾ ਕਿ ਜ਼ਰੂਰ ਉਹ ਇਹ ਗੱਲ ਕਹਿਣਗੇ, ਰੋ ਕੇ ਕਹਿਣਗੇ, ਪਿੱਟ ਕੇ ਕਹਿਣਗੇ ਕਿ ये मुल्क वो नहीं है जिस मुल्क की खातर हमने कुर्बानी दी थी, जिस मुल्क की खातर हमने अपने घर बार छोड़ दिए थे। और जरूर कहेंगे ये गल, ये वो मुल्क नहीं है। जिन्ने भी सज्जन गलबात नूं सुन रहे हो तुसीं जरूर कमेंट करके दस्सिओ कि की तुहानूं लगदा है कि ये वो मुल्क है। हुण जदों मोदी साहब कहंदे ने कि देश बदल रहा है, वाकई देश बदल रहा है, वाकई वाकई बदल रहा है। देश का संविधान जिहड़े कहंदे ने कि भीम राव अंबेडकर जी डॉक्टर साहब उन्होंने बाबा साहब ने संविधान लिखिया सगा, कि तुहानूं नहीं लगता कि उन्होंने संविधान नूं बदल दिता हैगा? कि तुहानूं नहीं सामने नज़र आ रहा कि वो इस संविधान दीयां धज्जियां उड़ा रहे हैं, इस संविधान नूं उलंघ के अपने तरीके दे नाल सारा कुछ चलाउणा चाहुंदे ने? कि तुहानूं नहीं लगता
ਕਿ ਉਹਨਾਂ ਨੇ ਅਮੈਂਡਮੈਂਟਸ ਆਪਣੇ ਤਰੀਕੇ ਨਾਲ ਕੀਤੀਆਂ ਨੇ, ਆਪਣੀ ਮਰਜ਼ੀ ਦੇ ਮੁਤਾਬਕ ਕੀਤੀਆਂ ਨੇ? ਕੀ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਕਿ ਉਹ ਇਸ ਸੰਵਿਧਾਨ ਨੂੰ ਇੱਕ ਪਾਸੇ ਸੁੱਟ ਕੇ ਇੱਕ ਨਵਾਂ ਸੰਵਿਧਾਨ ਲਾਗੂ ਕਰ ਦੇਣਾ ਚਾਹੁੰਦੇ ਨੇ? ਕੀ ਤੁਹਾਨੂੰ ਇੰਜ ਨਹੀਂ ਲੱਗਦਾ? ਫਿਰ ਮੈਨੂੰ ਦੱਸੋ ਕਿ ਸਮੇਤ ਡਾਕਟਰ ਭੀਮ ਰਾਓ ਅੰਬੇਦਕਰ ਜੀ, ਬਾਬਾ ਸਾਹਿਬ ਤੋਂ ਇਲਾਵਾ ਹੋਰ ਵੀ ਜਿਹੜੇ ਲੋਕ ਆਪਾਂ ਮੰਨਦੇ ਆ ਕਿ ਸਾਡੇ ਰਹਿਬਰ ਨੇ, ਜਿਨ੍ਹਾਂ ਨੂੰ ਅਸੀਂ ਮੰਨਦੇ ਆ ਕਿ ਦੇਸ਼ ਭਗਤ ਨੇ, ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਵਾਕਈ ਜ਼ਰੂਰ ਕਹਿੰਦੇ ਹੋਣਗੇ ਕਿ ਵਾਕਈ ਦੇਸ਼ ਬਦਲ ਰਹਾ ਹੈ, ਦੇਸ਼ ਬਦਲ ਰਹਾ ਹੈ? ਇਹ ਉਹ ਦੇਸ਼ ਨਹੀਂ ਹੈ ਜਿਸ ਦੇਸ਼ ਦੇ ਵਿੱਚ ਨਾਅਰੇ ਗੂੰਜਦੇ ਹੁੰਦੇ ਸੀਗੇ। ਮੈਂ ਦੇਸ਼ ਭਗਤਾਂ ਦੀ ਗੱਲ ਕਰ ਰਿਹਾ, ਮੈਂ ਪੰਜਾਬੀਆਂ ਦੀ ਜਦੋਂ ਗੱਲ ਕਰਦਾ ਹੁੰਨਾ, ਮੈਂ ਸਿੱਖ ਕੌਮ ਦੀ ਜਦੋਂ ਗੱਲ ਕਰਦਾ, ਉਸ ਵੇਲੇ ਤਾਂ ਮੈਂ ਇਹੀ ਗੱਲ ਕਹਿਣਾ ਕਿ ਸਿੱਖ ਤਾਂ ਇਹ ਚਾਹੁੰਦੇ ਹੁੰਦੇ, ਅੱਜ ਵੀ ਚਾਹੁੰਦੇ ਨੇ, ਵੀ ਸਾਡਾ ਤੇ ਆਪਣਾ ਇੱਕ ਵੱਖਰਾ ਇੱਥੇ ਮੁਲਕ ਹੁੰਦਾ ਸੀਗਾ। ਅਸੀਂ ਅੱਜ ਫਿਰ ਉਹੀ ਮੁਲਕ ਚਾਹੁੰਦੇ ਹਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ। ਅਸੀਂ ਆਪਣੇ ਉਸ ਰਾਜ ਦੀ ਮੁੜ ਬਹਾਲੀ ਚਾਹੁੰਦੇ ਹਾਂ ਇੱਥੇ। ਇਹ ਤਾਂ ਹੋ ਗਈ ਸਿੱਖਾਂ ਦੀ ਗੱਲ, ਇਹ ਤਾਂ ਹੋ ਗਈ ਪੰਜਾਬੀਆਂ ਦੀ ਗੱਲ। ਜਿਹੜੀ ਮੈਂ ਗੱਲ ਕਰ ਰਿਹਾ ਹੈਗਾ ਖੁੱਲੀ, ਮੈਂ ਪੂਰੇ ਭਾਰਤ ਦੀ ਗੱਲ ਕਰ ਰਿਹਾ। ਜਿਹੜੇ ਦੇਸ਼ ਭਗਤ, ਜਿਨ੍ਹਾਂ ਨੂੰ ਅੱਜ ਵੀ ਪ੍ਰਾਊਡ ਹੈਗਾ ਕਿ ਅਸੀਂ ਇਸ ਵਾਸੀ ਹਾਂ ਇਸ ਮੁਲਕ ਦੇ, ਸਾਡੇ ਪੁਰਖਿਆਂ ਕੁਰਬਾਨੀਆਂ ਕੀਤੀਆਂ, ਮੈਂ ਉਹਨਾਂ ਵੱਲੋਂ ਗੱਲ ਕਰ ਰਿਹਾ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਨਾਰੇ ਗੂੰਜਦੇ ਹੁੰਦੇ ਸੀਗੇ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਹੈ ਭਾਈ ਭਾਈ। ਤੁਹਾਨੂੰ ਚੇਤੇ ਆ, ਮੈਨੂੰ ਚੇਤੇ ਆ, ਅਸੀਂ ਛੋਟੇ ਹੁੰਦੇ ਜਦੋਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸੀਗੇ, ਉੱਥੇ ਇਦਾਂ ਦੇ ਨਾਰੇ ਗੂੰਜਦੇ ਹੁੰਦੇ ਸੀਗੇ। ਪਰ ਅੱਜ ਨਾਰੇ ਕਿੱਦਾਂ ਦੇ ਗੂੰਜਦੇ ਨੇ? ਸਿੱਖਾਂ ਨੇ ਵੇਖਿਆ ਪਹਿਲਾਂ, ਕੱਚ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਅੱਜ ਵੀ ਜੇ ਲੱਗਦਾ ਮੁਸਲਮਾਨ ਦੇ ਨਾਲ ਜਦੋਂ ਵਧੀਕੀਆਂ ਹੁੰਦੀਆਂ ਨੇ, ਜਦੋਂ ਤਾਂ ਉਸ ਵੇਲੇ ਮੁਸਲਮਾਨਾਂ ਨੂੰ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਧੱਕੇ ਨਾਲ ਕਿਹਾ ਜਾਂਦਾ ਬੋਲ ਜਾ ਸ਼੍ਰੀ ਰਾਮ। ਜੇ ਕੋਈ ਨਹੀਂ ਬੋਲਦਾ, ਜੇ ਕੋਈ ਨਹੀਂ ਕਹਿੰਦਾ, ਉਹ ਕਹਿੰਦੇ ਸਾਡੀ ਲੱਤ ਥੱਲੋਂ ਲੰਘੋ। ਜੇ ਕੋਈ ਨਹੀਂ ਲੰਘਦਾ, ਕਹਿੰਦੇ ਇਹਨਾਂ ਨੂੰ ਭੇਜੋ ਪਾਕਿਸਤਾਨ, ਕਹਿੰਦੇ ਮੁਲਕ ਛੋੜ ਕੇ ਕਹੀਂ ਔਰ ਚਲੇ ਜਾਓ। ਇੱਥੇ ਜੇ ਵੱਡੀਆਂ ਮਹਾਨ ਹਸਤੀਆਂ ਜਿਨ੍ਹਾਂ ਦੀਆਂ ਤੁਸੀਂ ਫਿਲਮਾਂ ਦੇਖਦੇ ਹੋ, ਇੱਥੇ ਸ਼ਾਹਰੁਖ ਖਾਨ ਹੋ ਗਿਆ, ਉਹਦੀ ਘਰਵਾਲੀ ਪਹਿਲੀ, ਜੇ ਉਹ ਇਹ ਗੱਲ ਕਹਿ ਦਿੰਦੀ ਹੈ ਕਿ ਦੇਸ਼ ਦਾ ਮਾਹੌਲ ਕੁਛ ਐਸਾ ਹੋ ਗਿਆ ਹੈ ਕਿ ਦਮ ਘੁੱਟਤਾ ਹੈ यहाँ पर, ਕੀ ਇੰਨੀ ਗੱਲ ਵੀ ਤੁਸੀਂ ਨਹੀਂ ਕਹਿ ਸਕਦੇ ਕਿ ਤੁਹਾਡਾ ਸਿਸਟਮ ਠੀਕ ਨਹੀਂ ਹੈਗਾ? ਕੀ ਤੁਸੀਂ ਨਹੀਂ ਕਹਿ ਸਕਦੇ? ਨਹੀਂ ਕਹਿ ਸਕਦੇ। ਬਹੁਤ ਵੱਡਾ ਗੁਨਾਹ ਹੈ। ਜਦੋਂ ਤੁਸੀਂ ਇਦਾਂ ਕਹਿੰਦੇ ਹੋ ਤਾਂ ਫਿਰ ਉਸੇ ਵੇਲੇ ਕਹਿੰਦੇ ਨੇ ਕਿ ਚੱਕ ਆਪਣੀ ਘਰ ਦੀ ਤੇ ਨਿਆਣਾ ਨੂੰ, ਤੁਰਦਾ ਬਣ ਇੱਥੋਂ। ਉੱਦਾਂ ਫਿਲਮਾਂ ਵਧੀਆ ਲੱਗਦੀਆਂ ਨੇ ਸਾਨੂੰ ਸਿਰਫ ਫਿਲਮਾਂ ਹੀ ਵਧੀਆ ਲੱਗਦੀਆਂ ਨੇ, ਬਸ ਹੋਰ ਸਾਨੂੰ ਕੁਝ ਵੀ ਵਧੀਆ ਨਹੀਂ ਲੱਗ ਰਿਹਾ। ਮੈਂ ਫਿਲਮਾਂ ਦੀ ਗੱਲ ਕਰ ਰਿਹਾ ਸੀਗਾ, ਮੈਨੂੰ ਹੁਣ ਨਾਲ ਹੀ ਇੱਕ ਗੱਲ ਹੋਰ ਯਾਦ ਆ ਗਈ। ਮੈਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿਣਾ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਸਰਕਸ ਲੱਗੀ ਹੋਈ ਹੈ। ਮੇਰੀ ਛੋਟੀ ਜਿਹੀ ਬੱਚੀ ਮੈਨੂੰ ਕਹਿੰਦੀ ਪਾਪਾ ਸਰਕਸ ਦੇਖਣ ਜਾਣਾ। ਮੈਂ ਕਿਹਾ ਚਲੋ ਆਪਾਂ ਸਰਕਸ ਦੇਖ ਕੇ ਆਉਂਦੇ ਹਾਂ। ਅਸੀਂ ਸਰਕਸ ਦੇਖਣ ਜਦੋਂ ਚਲੇ ਗਏ ਤਾਂ ਬੱਚੀ ਨੇ ਟੈਲੀਵਿਜ਼ਨ ਦੇ ਉੱਪਰ YouTube ਦੇ ਉੱਪਰ ਜਾ ਕੇ ਸਰਕਸ ਦੇਖੀ ਹੋਈ ਸੀਗੀ। ਉਹਦੇ ਵਿੱਚ ਉਹਨੂੰ ਚੀਤੇ ਦਿਸਦੇ ਨੇ, ਭਾਲੂ ਦਿਸਦੇ ਆ, ਉਹਨੂੰ ਬਾਂਦਰ ਦਿਸਦੇ ਆ, ਉਹਨੂੰ ਹਾਥੀ ਦਿਸਦੇ ਆ। ਪਰ ਉੱਥੇ ਉਹਨੂੰ ਅੱਜ ਹਾਥੀ ਨਜ਼ਰ ਨਹੀਂ ਆਇਆ, ਉਹਨੂੰ ਉੱਥੇ ਬਾਂਦਰ ਨਜ਼ਰ ਨਹੀਂ ਆਇਆ, ਉਹਨੂੰ ਉੱਥੇ ਮੌਂਕੀ ਨਜ਼ਰ ਨਹੀਂ ਆਇਆ। ਬੱਚੀ ਕਹਿੰਦੀ ਪਾਪਾ ਇੱਥੇ ਆ ਸਾਰਾ ਕੁਝ ਕਿਉਂ ਨਹੀਂ ਨਜ਼ਰ ਆਉਂਦਾ? ਮੈਂ ਆਪਣੀ ਬੱਚੀ ਨੂੰ ਹੁਣ ਸੋਚਦਾ ਸੀਗਾ ਵੀ ਕਿਵੇਂ ਸਮਝਾਵਾਂ ਕਿ ਸਾਡੇ ਦੇਸ਼ ਦੇ ਵਿੱਚ, ਇਸ ਮੁਲਕ ਦੇ ਵਿੱਚ ਉਹ ਕਹਿੰਦੇ ਕਿ ਜਾਨਵਰਾਂ ਦੇ ਨਾਲ ਇੱਦਾਂ ਤੁਸੀਂ ਉਹਨਾਂ ਨੂੰ ਮਨੋਰੰਜਨ ਦਾ ਜ਼ਰੀਆ ਨਹੀਂ ਬਣਾ ਸਕਦੇ। ਉਹ ਕਹਿੰਦੇ ਕਿ ਜਾਨਵਰਾਂ ਦੇ ਨਾਲ ਤੁਸੀਂ ਬਦਸਲੂਕੀ ਨਹੀਂ ਕਰ ਸਕਦੇ, ਜਾਨਵਰਾਂ ਨੂੰ ਤੁਸੀਂ ਆਮਦਨ ਦਾ ਜ਼ਰੀਆ ਨਹੀਂ ਬਣਾ ਸਕਦੇ। ਹਾਲਾਂਕਿ ਜਿਹੜੇ ਲੋਕ ਜਾਨਵਰਾਂ ਨੂੰ ਪਾਲਦੇ ਆ, ਚਾਹੇ ਆਪਦੇ ਘਰਾਂ 'ਚ ਪਾਲਦੇ ਆ, ਚਾਹੇ ਸਰਕਸ ਵਾਲੇ ਵਰਤਦੇ ਆ, ਉਹ ਕਹਿੰਦੇ ਕਿ ਅਸੀਂ ਤਾਂ ਇਹਨਾਂ ਨੂੰ ਵਧੀਆ ਪਰਵਰਿਸ਼ ਦੇ ਰਹੇ ਹਾਂ। ਪਰ ਮੇਨਕਾ ਗਾਂਧੀ ਜੀ ਉਹ ਕਹਿੰਦੇ ਸੀਗੇ ਕਿ ਨਹੀਂ, ਇਹ ਉਹਨਾਂ ਦੀ ਆਜ਼ਾਦੀ ਦੇ ਉੱਪਰ ਸਿੱਧਾ ਹਮਲਾ ਹੈ। ਬਿਲਕੁਲ ਹਮਲਾ ਹੈ ਜੀ। ਜਿਹੜਾ ਜੀਵ ਜੰਤੂ ਜਿਸ ਤਰੀਕੇ ਦੇ ਨਾਲ ਪਰਮਾਤਮਾ ਨੇ ਪੈਦਾ ਕੀਤਾ ਹੈਗਾ, ਉਹਨੂੰ ਪੂਰੀ ਆਗਿਆ ਹੈ। ਹੁਣ ਤੁਸੀਂ ਤੋਤੇ ਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਦੇ ਹੋ ਜੇ, ਤਾਂ ਮੈਂ ਸਮਝਦਾ ਕਿ ਤੋਤੇ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਦੇ ਹੋ। ਭਾਵੇਂ ਕਿ ਤੁਸੀਂ ਤੋਤੇ ਨੂੰ ਜਿੰਨਾ ਮਰਜ਼ੀ ਵਧੀਆ ਖਾਣਾ ਦਿਓ, ਪਰ ਤੋਤੇ ਦੀ ਉਹ ਜ਼ਿੰਦਗੀ ਨਹੀਂ ਹੈ। ਬਾਜ਼ ਖੁੱਲ੍ਹੇ ਅਸਮਾਨਾਂ ਦੇ ਵਿੱਚ ਉਡਾਰੀਆਂ ਮਾਰਦਾ, ਤੁਸੀਂ ਉਹਨੂੰ ਕੈਦ ਕਰਕੇ ਰੱਖਦੇ ਹੋ। ਸੋ ਇਹ ਉਹ ਗੁਲਾਮੀ ਹੈ, ਤੁਸੀਂ ਉਹਨੂੰ ਗੁਲਾਮ ਕਰਕੇ ਰੱਖਣਾ ਚਾਹੁੰਦੇ ਹੋ। ਸੋ ਚੰਗੀ ਗੱਲ ਹੈ ਜੀ, ਮੇਨਕਾ ਗਾਂਧੀ ਜੀ ਨੇ ਸਾਰਾ ਕੁਝ ਕੀਤਾ ਜੇ ਉਸ ਵੇਲੇ ਉਹਨਾਂ ਨੇ ਇਦਾਂ ਦੇ ਕਾਨੂੰਨ ਬਣ ਗਏ, ਇਦਾਂ ਦੇ ਬਿੱਲ ਪਾਸ ਹੋ ਗਏ। ਪਰ ਮੈਂ ਹੁਣ ਕਈ ਵਾਰ ਸੋਚਦਾ ਕਿ ਸਰਕਸ ਦੇ ਵਿੱਚ ਉਹ ਸਾਰਾ ਕੁਝ ਨਹੀਂ ਦਿਖਾ ਸਕਦੇ ਤੁਸੀਂ, ਕਿਉਂਕਿ ਇਹ ਗਲਤ ਹੈ, ਇਹ ਗੈਰ ਕਾਨੂੰਨੀ ਹੈ। ਤੁਸੀਂ ਉਹ ਤਮਾਸ਼ੇ ਸਰਕਸ ਦੇ ਵਿੱਚ ਹੁਣ ਨਹੀਂ ਦਿਖਾ ਸਕਦੇ। ਔਰ ਮੈਂ ਸੋਚਦਾ ਸੀਗਾ ਕਿ ਮੈਂ ਆਪਣੀ ਬੱਚੀ ਨੂੰ ਹੁਣ ਕਿੱਦਾਂ ਸਮਝਾਵਾਂ ਕਿ ਬੇਟਾ ਜਾਨਵਰਾਂ ਦੇ ਤਮਾਸ਼ੇ ਨਹੀਂ ਕੋਈ ਦੇਖ ਸਕਦਾ, ਜਾਨਵਰਾਂ ਦੇ ਤਮਾਸ਼ੇ ਨਹੀਂ ਕੋਈ ਦਿਖਾ ਸਕਦਾ। ਥੋੜਾ ਵੱਡੇ ਹੋ ਜਾਓ, ਵੱਡਾ ਹੋ ਕੇ ਪਤਾ ਲੱਗੂਗਾ ਇਸ ਮੁਲਕ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਜਿੱਥੇ ਬਾਰੇ ਅਸੀਂ ਕਹਿੰਦੇ ਆ ਕਿ ਅਸੀਂ ਕੁਰਬਾਨੀਆਂ ਕੀਤੀਆਂ ਨੇ, ਜਿੱਥੇ ਬਾਰੇ ਅਸੀਂ ਕਹਿੰਦੇ ਆ ਕਿ ਅਸੀਂ IPS PPS ਆਫੀਸਰ ਬਣਾਂਗੇ, ਜਿਹਦੇ ਬਾਰੇ ਅਸੀਂ ਕਹਿੰਦੇ ਆ ਕਿ ਅਸੀਂ ਇਸ ਮੁਲਕ ਦੀ ਖਾਤਰ ਸਰਹੱਦਾਂ ਦੇ ਉੱਪਰ ਜਾ ਕੇ ਰਾਖੀ ਕਰਾਂਗੇ, ਅਸੀਂ ਫੌਜ ਵਿੱਚ ਸ਼ਾਮਿਲ ਹੋਵਾਂਗੇ, ਜਿਸ ਮੁਲਕ ਦਾ ਨਾਮ ਰੌਸ਼ਨ ਕਰਨ ਦੇ ਵਾਸਤੇ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਗੇਮਾਂ ਦੇ ਵਿੱਚ ਭਾਗ ਲੈਣਗੇ, ਦੂਸਰੇ ਮੁਲਕਾਂ ਦੇ ਨਾਲ ਜਾ ਕੇ ਫਿਰ ਉਹ ਖੇਡ ਦੇ ਮੈਦਾਨਾਂ ਦੇ ਵਿੱਚ ਜੂਝਣਗੇ ਔਰ ਆਪਣੇ ਮੁਲਕ ਦੇ ਵਾਸਤੇ ਤਗਮੇ ਜਿੱਤ ਕੇ ਲੈ ਕੇ ਆਉਣਗੇ, ਇਨਾਮ ਵੱਡੇ ਪ੍ਰਾਈਜ਼ ਜਿੱਤ ਕੇ ਲੈ ਕੇ ਆਉਣਗੇ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਮੈਂ ਕਿੱਦਾਂ ਸਮਝਾਈਏ ਛੋਟੇ ਬੱਚਿਆਂ ਨੂੰ, ਆਪਣਿਆਂ ਨੂੰ,
ਕਿ ਥੋੜਾ ਵੱਡੇ ਹੋਵੋਗੇ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਜਾਨਵਰਾਂ ਦਾ ਤਮਾਸ਼ਾ ਨਹੀਂ ਹੁੰਦਾ। ਇੱਥੇ ਹਕੂਮਤਾਂ ਨੇ ਜਾਨਵਰਾਂ ਦੇ ਤਮਾਸ਼ੇ ਕਰਨ ਦੇ ਉੱਪਰ ਪਾਬੰਦੀ ਲਾਤੀ ਹੈ। ਇੱਥੇ ਜਦੋਂ ਲੜਕੀਆਂ ਜਵਾਨ ਹੁੰਦੀਆਂ ਨੇ ਕਹਿੰਦੇ बेटी बचाओ बेटी पढ़ाओ। बेटी को बचाया भी लोगों ने, बेटी को पढ़ाया भी। जब बेटी जवान होती है तो उसका तमाशा होता है। जहाँ पर एक औरत ਜਦੋਂ ਬੱਚੀ ਵੱਡੀ ਹੁੰਦੀ ਹੈ ਉਹਦਾ ਵਿਆਹ ਹੋ ਜਾਂਦਾ ਹੈ, ਉਹਦਾ ਘਰ ਵਾਲਾ ਫੌਜ ਵਿੱਚ ਹੈ, ਭਾਵੇਂ ਉਹ ਆਖੇ कि मैं सरहद के ऊपर इस मुल्क को बचाया मैंने, लेकिन मैं अपनी बीवी की इज्जत नहीं बचा पाया, उसकी बीवी का तमाशा होता है, औरत का तमाशा होता है। यहाँ पर जानवर के तमाशे नहीं होते हैं। यहाँ पर मना है, सरकार ने मना कर दिया है, जानवर का तमाशा नहीं होगा, यहाँ पर औरत का तमाशा होगा। इत्थे घट गिणतियां दे तमाशे होणगे। 1984 वापरेगी, उस वेले सिखां नूं गलियां दे विच दड़ा के मारिया जाऊगा, उन्हां दे गलां विच टायर पा के उन्हां नूं जिउंदियां साड़ दिता जाएगा और उस तो बाद फिर भंगड़े पाए जाणगे और उत्थे नारे गुंजणगे, देखो सिखड़ा नाच कर रहा है। तमाशा हाथी का तमाशा क्यों होगा बई? घट गिणती कौमां दे लोक जो हैगे ने, तमाशा उन्हां दा होएगा। सो इदां दे हालातां विचों लंघ रहे हैं। मैं पुछना चाहुंदा उन्हां लोकां नूं, उन्हां दे वारसां नूं पुछना चाहुंदा, तुसीं अज सामने आके दसो, 4 अखर लिख के पाओ अपने सोशल मीडिया दे उपर, अपने पुरखियां बारे जानकारी दिओ। जिन्होंने लगदा कि साडे पुरखियां ने इस मुल्क की खातर कुर्बानी की है, जिन्हां नूं लगदा, बच्चियां नूं कहना चाहुंदा, बच्चियां नूं कहना चाहुंदा, लिखो 4 अखर। जिन्हां दे पिता जी सरकारी जॉब करते हैं, जिन्हां दे पिता जी फौज दे विच भर्ती ने, बार्डरां दे उपर इस मुल्क की खातर अपनी जान तली दे उपर रख के ड्यूटी कर रहे हैं, मैं उन्होंने कहना चाहुंदा कि लिखो तुसीं 4 अखर। तुहाडे बापू जी जॉब कर रहे हैं, तुहाडे दादा जी, तुहाडे परदादा जी ने इस मुल्क की खातर बहुत कुछ किया। जिहड़े लोग 5 वरियां वास्ते चुने जाते हैं, साडे देश के लोग जो इलैक्शन होंदे उन्हां नूं वोटां पा के जिताउंदे हैं कि तुसीं राज करो, तुसीं वधिया तरीके दे नाल राज प्रबंध चलाओ। उन्हां दे कोल राज प्रबंध इस तरीके दे नाल चलाए जा रहे हैं। मनोहर लाल खट्टर साहब बीजेपी दे आगू हैगे ने, वड्डा नाम हैगा उन्हां दा, हरियाणे दे मुख मंत्री हैगे ने। उन्हां दा बयान आउंदा, वो कहंदे कि सूबे दे विच पुलिस किन्नी क है, सूबे दे लोकां दी गिणती दसदे आ कि हरियाणे दे लोकां दी गिणती इन्नी है और पुलिस दी गिणती इन्नी है। इतनी सी पुलिस इतने लोगों की रक्षा कैसे कर सकती है? मैं उन्हां नूं पुछना चाहुंदा है खट्टर साहब नूं कि जे उही समस्या जिन्हां नूं तुसीं कहंदे हो कि भारत दी बहु गिणती कौम, उन्हां दे उपर जे आ जावे, घट गिणती लोक जे उन्हां दे नाल उस तरीके नाल पेश आउण, फिर किदां रखिया हो जांदी है जी? ਇੰਨੀ ਵੱਡੀ ਜਿਨ੍ਹਾਂ ਦੀ ਗਿਣਤੀ ਹੈ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੇ ਉਹਨਾਂ ਦੇ ਉੱਪਰ ਕੋਈ ਮੁਸੀਬਤ ਆ ਬਣੇ, ਇੰਨੇ ਲੋਕਾਂ ਦੇ ਉੱਪਰ ਮੁਸੀਬਤ ਆ ਜਾਵੇ, ਫਿਰ ਕਿੱਦਾਂ ਰੱਖਿਆ ਇੰਨੀ ਪੁਲਿਸ ਕਰ ਲੈਂਦੀ ਹੈ ਜੀ? ਘੱਟ ਗਿਣਤੀ ਕੌਮਾਂ ਉਹ ਇੰਨੀਆਂ ਨੇ, ਐਡੀ ਵੱਡੀ ਭੀੜ, ਉਹਨਾਂ ਨੂੰ ਮਾਰਨ ਵਾਸਤੇ ਜੇ ਆ ਜਾਵੇ ਤਾਂ ਉਹਨਾਂ ਦੀ ਰੱਖਿਆ ਘੱਟ, ਥੋੜੇ ਲੋਕਾਂ ਦੀ ਰੱਖਿਆ ਤਾਂ ਕਰਨੀ ਜ਼ਿਆਦਾ ਸੌਖੀ ਹੁੰਦੀ ਹੈ। ਸਗੋਂ ਇਹ ਕਿਹੋ ਜਿਹੇ ਬਿਆਨ ਆ ਰਹੇ ਨੇ। ਇੱਕ ਨਾਮ ਇੱਕ ਆ ਰਿਹਾ ਜੀ, ਉਹ ਮੋਨੂ ਮਾਨੇਸਰ। ਹੂ ਇਜ਼ ਮੋਨੂ ਮਾਨੇਸਰ? ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ, ਮੈਂ ਸਰਚ ਕਰਕੇ ਹਟਿਆ। ਉਹ ਕੌਣ ਹੈ ਸ਼ਖਸ? ਬਜਰੰਗ ਦਲ ਦਾ ਕਾਰਕੁਨ ਹੈ। ਇਸੇ ਵਰੇ ਉਹਦੇ ਤੇ ਦੋਸ਼ ਹੈਗਾ ਕਿ ਉਹਨੇ 2 ਮੁਸਲਮਾਨ ਨੌਜਵਾਨ, ਇੱਕ ਦਾ ਨਾਮ ਹੈਗਾ ਨਾਸਿਰ, ਦੂਸਰੇ ਦਾ ਨਾਮ ਹੈਗਾ ਜੁਨੈਦ। ਨਾਸਿਰ ਦੀ ਉਮਰ 27 ਵਰਿਆਂ ਦੀ ਸੀਗੀ, ਲੰਬੀ ਉਮਰ ਭੋਗ ਕੇ ਜਾ ਸਕਦਾ ਸੀ, ਪਰ ਨਹੀਂ, ਆਪਾਂ ਕਹਿ ਸਕਦੇ ਅਸੀਂ ਧਾਰਮਿਕ ਲੋਕ ਹਾਂ ਕਿ ਰੱਬ ਦੀ ਕਰਨੀ ਆ, ਰੱਬ ਦੇ ਕੋਲੋਂ ਜਿੰਨੀ ਉਮਰ ਲਿਖਾ ਕੇ ਆਇਆ ਸੀ ਵਿਚਾਰਾ 19 ਭੋਗ ਕੇ ਚਲਾ ਗਿਆ। ਪਰ ਮੋਨੂ ਮਾਨੇਸਰ ਨੂੰ ਕੀ ਹੱਕ ਹੈ? ਉਹ ਕਿਸੇ ਦੀ ਜ਼ਿੰਦਗੀ ਨੂੰ ਉਹਦੇ ਕੋਲੋਂ ਖੋਹ ਲਵੇ, ਕਿਸੇ ਦੀ ਉਮਰ ਨੂੰ ਉਹ ਘਟਾ ਦੇਵੇ ਕਿ ਨਹੀਂ ਇੰਨੀ ਜ਼ਿੰਦਗੀ ਲਿਖਾ ਕੇ ਆਇਆ ਸੀਗਾ ਉਹ। ਜੇ ਇਦਾਂ ਹੀ ਹੈ ਤਾਂ ਫਿਰ ਬਾਕੀਆਂ ਦੇ ਨਾਲ ਵੀ ਕਿਉਂ ਨਹੀਂ ਇਦਾਂ ਹੋਇਆ? ਫਿਰ ਇੰਦਰਾ ਗਾਂਧੀ ਦੇ ਨਾਲ ਕਿਉਂ ਨਹੀਂ ਇਦਾਂ ਹੋਇਆ ਕਿ ਜਿੰਨੀ ਉਸ ਪ੍ਰਮਾਤਮਾ ਨੇ ਲਿਖ ਕੇ ਭੇਜੀ ਸੀ ਉਨੀ ਉਮਰ ਉਹਨੇ ਭੋਗ ਲਈ, ਬੇਦ ਬਹਾਨਾ ਬਣ ਗਿਆ ਕੋਈ ਵੀ? ਫਿਰ ਕਿਉਂ ਨਹੀਂ ਬਰੀ ਕੀਤੇ ਗਏ ਉਹ ਲੋਕ? ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਗੱਲ ਕਰਦਾ, ਭਾਈ ਸੁੱਖਾ ਤੇ ਜਿੰਦਾ ਨੂੰ ਕਿਉਂ ਨਹੀਂ ਬਰੀ ਕੀਤਾ ਗਿਆ? ਸਾਬਕਾ ਮੁੱਖ ਮੰਤਰੀ ਪੰਜਾਬ ਦੀ ਧਰਤੀ ਦੇ ਉੱਪਰ ਬੇਗੁਨਾਹਾਂ ਦਾ ਕਤਲੇਆਮ ਹੋਇਆ ਸੀਗਾ, ਫੇਕ ਐਨਕਾਊਂਟਰ ਹੋਏ ਸੀਗੇ। ਜਿਨ੍ਹਾਂ ਨੇ ਬੇਅੰਤ ਸਿੰਘ ਨੂੰ ਗੱਡੀ ਚਾੜਿਆ ਉਹ ਅੱਜ ਵੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਜੇਲ੍ਹਾਂ ਦੇ ਵਿੱਚ ਬੰਦ ਨੇ, ਰਿਹਾ ਨਹੀਂ ਕੀਤੇ ਜਾ ਰਹੇ। ਕੋਈ ਟਿਲ ਡੈਥ ਦੀ ਸਜ਼ਾ ਭੁਗਤ ਰਿਹਾ, ਕਿਸੇ ਨੂੰ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਹੋਈ ਹੈ, ਉਹਨਾਂ ਦਾ ਫੈਸਲਾ ਨਹੀਂ ਹੋ ਰਿਹਾ। ਮੈਂ ਭਾਈ ਬਲਵੰਤ ਸਿੰਘ ਰਾਜੋਆਣੀ ਦੀ ਗੱਲ ਕਰ ਰਿਹਾ, 32 34 ਵਰੇ ਬੀਤ ਚੁੱਕੇ ਨੇ। ਮੇਰੇ ਖਿਆਲ ਦੇ ਨਾਲ ਬਰਾਬਰ ਦਾ ਹੋਣਾ ਚਾਹੀਦਾ। ਜਿੰਨੀ ਉਮਰ ਸੀ ਭੋਗ ਕੇ ਚਲਾ ਗਿਆ, ਬੇਦ ਬਹਾਨਾ ਬਣਿਆ। ਚਲੋ ਮੋਨੂ ਮਾਨੇਸਰ ਦੀ ਗੱਲ ਕਰਦੇ ਹਾਂ। ਕੀ ਹੱਕ ਸੀਗਾ ਜੀ? ਨਾਸਿਰ 27 ਵਰੇ ਤੇ ਜੁਨੈਦ 35 ਵਰੇ। ਉਹਨਾਂ ਨੂੰ ਕਾਰ ਦੇ ਵਿੱਚ ਜਿਉਂਦੇ ਜਲਾਉਣ ਦਾ ਦੋਸ਼ ਹੈ ਮੋਨੂ ਮਾਨੇਸਰ ਦੇ ਉੱਪਰ।
ਦੋਸ਼ ਆ ਇਸੇ ਸਾਲ ਦੀ 16 ਫਰਵਰੀ ਨੂੰ, ਇਸੇ ਵਰੇ ਦੀ 16 ਫਰਵਰੀ ਨੂੰ ਹਰਿਆਣੇ ਦੇ ਭਿਵਾਨੀ ਜ਼ਿਲ੍ਹੇ ਦੇ ਵਿੱਚ ਕਾਰ ਦੇ ਅੰਦਰ ਲਾਸ਼ਾਂ ਪਈਆਂ ਮਿਲੀਆਂ ਸੀਗੀਆਂ ਇਹਨਾਂ ਦੋਹਾਂ ਹੀ ਮੁਸਲਮਾਨ ਨੌਜਵਾਨਾਂ ਦੀਆਂ। ਸੋ ਇਹ ਵੀ ਕਿਹਾ ਜਾਂਦਾ ਹੈ ਕਿ ਬਜਰੰਗ ਦਲ ਦੇ ਕਾਰਕੁਨਾਂ ਨੇ, ਬਜਰੰਗ ਦਲ ਦੇ ਬੰਦਿਆਂ ਨੇ ਇਹਨਾਂ ਦੋਹਾਂ ਨੂੰ ਪਹਿਲਾਂ ਅਗਵਾ ਕੀਤਾ, ਫਿਰ ਉਹਨਾਂ ਦੀ ਕੁੱਟਮਾਰ ਕੀਤੀ, ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਤੇ ਫਿਰ ਗੱਡੀ ਦੇ ਵਿੱਚ ਜਿਉਂਦੇ ਉਹਨਾਂ ਨੂੰ ਜਲਾ ਦਿੱਤਾ ਗਿਆ। ਇਹ ਹੈ ਮੋਨੂ ਮਨੇਸਰ। ਇਹ ਇੱਕ ਮੈਂ ਉਦਾਹਰਣ ਦਿੱਤੀ ਹੈ। ਇਸ ਤੋਂ ਇਲਾਵਾ ਪਤਾ ਲੱਗਾ ਹੈ ਕਿ ਮੋਨੂ ਮਨੇਸਰ ਦੇ ਉੱਪਰ ਹੋਰ ਵੀ ਮੁਕੱਦਮੇ ਦਰਜ ਨੇ। ਹੁਣ ਜਿਹੜੀ ਘਟਨਾ ਆ ਇੱਥੇ ਹੋਈ ਆ ਹਰਿਆਣੇ ਦੇ ਵਿੱਚ, ਆਪਾਂ ਉੱਥੇ ਨੂੰ ਆ ਜਾਂਦੇ ਹਾਂ ਮੁੜ ਕੇ ਲਾਗੇ ਫਿਰ ਥੋੜਾ ਜਿਹਾ ਗੱਲ ਨੂੰ ਸਮੇਟਦੇ ਆ ਨਾਲ ਥੋੜਾ ਜਿਹਾ। ਉੱਥੇ ਹੋਇਆ ਕੀ ਹੈਗਾ ਭਲਾ, ਉੱਥੇ ਇਹਨਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਉੱਥੇ ਇੱਕ ਮਾਰਚ ਕੱਢਿਆ। ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਇੱਕ ਯਾਤਰਾ ਕੱਢੀ ਜਾਂਦੀ ਆ। ਇਹ ਜਿਹੜਾ ਮੋਨੂ ਮਨੇਸਰ ਹੈਗਾ, ਇਹਦੇ ਵੱਲੋਂ ਲੋਕਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਇਹਦੇ ਵਿੱਚ ਵੱਡੀ ਗਿਣਤੀ ਸ਼ਾਮਲ ਹੋਇਓ। ਉਸ ਤੋਂ ਬਾਅਦ ਉੱਥੇ ਹਾਲਾਤ ਇਦਾਂ ਦੇ ਬਣ ਜਾਂਦੇ ਹੈਗੇ। ਮੈਂ ਕਈ ਵਾਰ ਸੋਚਦਾ ਹੈਗਾ ਕਿ ਜਿਹੜੀਆਂ ਇਸ ਤਰੀਕੇ ਦੇ ਨਾਲ ਯਾਤਰਾਵਾਂ ਕੱਢੀਆਂ ਜਾਂਦੀਆਂ ਨੇ, ਖਾਸ ਕਰਕੇ ਇਹਨਾਂ ਲੋਕਾਂ ਦੇ ਵੱਲੋਂ, ਇਹਨਾਂ ਭੀੜਾਂ ਦੇ ਵੱਲੋਂ, ਉਹਨਾਂ ਭੀੜਾਂ ਦੇ ਵੱਲੋਂ ਹੀ ਇਦਾਂ ਦੇ ਕਾਰਨਾਮੇ ਕਿਉਂ ਹੁੰਦੇ ਨੇ। ਅੱਛਾ, ਫਿਰ ਬਹੁਤ ਸਾਰੇ ਲੋਕ ਇਦਾਂ ਵੀ ਕਹਿ ਰਹੇ ਨੇ ਕਿ ਇਲੈਕਸ਼ਨ ਆ ਰਹੇ ਨੇ। ਉਹ ਯਾਰ ਮੋਦੀ ਸਾਹਿਬ ਤਾਂ ਚੇਤਾ ਭੁੱਲ ਗਿਆ ਮੈਨੂੰ, ਉਹਨਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਂ ਦੇਖ ਰਿਹਾ ਹੈਗਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ, ਤੁਸੀਂ ਵੀ ਜ਼ਰੂਰ ਦੇਖਦੇ ਹੋਵੋਗੇ, ਜੇ ਨਹੀਂ ਦੇਖਦੇ ਤਾਂ ਤੁਸੀਂ ਜ਼ਰੂਰ ਦੇਖਿਓ। ਦੇਸ਼ ਦੇ ਪ੍ਰਧਾਨ ਮੰਤਰੀ ਪਿਛਲੇ ਕੁਝ ਦਿਨਾਂ ਤੋਂ, ਜਦੋਂ ਤੋਂ ਮਨੀਪੁਰ ਦੀ ਘਟਨਾ ਵਾਪਰੀ ਹੈ, ਜਦੋਂ ਮਨੀਪੁਰ ਦੇ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਤਾ ਗਿਆ, ਉਦਣ, ਉਸ ਤੋਂ ਅਗਲੇ ਦਿਨ, ਉਸ ਤੋਂ ਅਗਲੇ ਦਿਨ, ਫਿਰ ਉਸ ਤੋਂ ਅਗਲੇ ਦਿਨ, ਫਿਰ ਉਸ ਤੋਂ ਅਗਲੇ ਦਿਨ, ਫਿਰ ਜਦੋਂ ਹਰਿਆਣੇ ਵਿੱਚ ਆ ਘਟਨਾ ਵਾਪਰ ਰਹੀ ਹੈ, ਜਿੱਦਣ ਤੋਂ ਲੈ ਕੇ ਉਦਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦਾ ਇਸ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖਾਸ ਬਿਆਨ ਕਿਉਂ ਨਹੀਂ ਆ ਰਿਹਾ? ਉਹਨਾਂ ਦੀ ਰੁਚੀ, ਉਹਨਾਂ ਦੀ ਦਿਲਚਸਪੀ ਕਿਉਂ ਨਹੀਂ ਹੈ? ਮੈਂ ਫਿਰ ਬੈਠ ਕੇ ਕਈ ਵਾਰ ਸੋਚਦਾ ਕਿ ਸ਼ਾਇਦ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਹਮਾਰਾ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ, ਸ਼ਾਇਦ ਜਿਹੜਾ ਵਿਕਾਸ ਬੁਲੰਦੀਆਂ ਕੋ ਛੂ ਰਹਾ ਹੈ, ਸ਼ਾਇਦ ਉਸੇ ਹੀ ਵਿਕਾਸ ਦੇ ਨਾਲ ਉਹ ਵੀ ਬੁਲੰਦੀਆਂ ਨੂੰ ਛੂਹਣ ਵਾਸਤੇ ਉੱਪਰ ਗਏ ਹੋਏ ਨੇ। ਥੱਲੇ ਜ਼ਮੀਨੀ ਲੈਵਲ ਦੇ ਉੱਪਰ ਕੀ ਹੋ ਰਿਹਾ ਹੈਗਾ, ਸ਼ਾਇਦ ਜਦੋਂ ਥੱਲੇ ਆਉਣਗੇ ਉਦੋਂ ਹੀ ਨਜ਼ਰ ਆਊਗਾ। ਭਾਵ ਕਿ ਜਿੰਨਾ ਚਿਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਚਿਰ ਸ਼ਾਇਦ ਨਜ਼ਰ ਨਹੀਂ ਆਊਗਾ। ਜਦੋਂ ਫੇਰ ਕਿਤੇ ਰੱਬ ਦਾ ਪੁੱਠਾ ਗੇੜ ਚੱਲੂਗਾ, ਜਿੱਦਾਂ ਉਹ ਕਹਿੰਦੇ ਹੁੰਦੇ ਨੇ ਕਿ ਮੈਂ ਰੇਲ ਗੱਡੀ ਵਿੱਚ ਚਾय ਵੇਚਤਾ ਥਾ, ਸ਼ਾਇਦ ਰੇਲ ਗੱਡੀ ਵਿੱਚ ਦੁਬਾਰਾ ਜਦੋਂ ਚਾਹ ਵੇਚਣਗੇ, ਸ਼ਾਇਦ ਫਿਰ ਨਜ਼ਰ ਆਊਗਾ ਕਿ ਰੇਲ ਗੱਡੀਆਂ ਦੇ ਵਿੱਚ ਕੀ ਵਾਪਰ ਰਿਹਾ ਹੈਗਾ, ਜ਼ਮੀਨੀ ਪੱਧਰ ਦੇ ਉੱਪਰ ਵਾਪਰ ਕੀ ਰਿਹਾ ਹੈਗਾ, ਘੱਟ ਗਿਣਤੀਆਂ ਦੇ ਨਾਲ ਕੀ ਵਾਪਰ ਰਿਹਾ। ਸ਼ਾਇਦ ਉਹਨਾਂ ਲੋਕਾਂ ਦੇ ਵਿੱਚ ਬੈਠ ਕੇ ਫਿਰ ਪਤਾ ਲੱਗੂਗਾ ਕਿ ਹੋ ਕੀ ਰਿਹਾ। ਮੁਰਮੂ ਜੀ ਬਹੁਤ ਹੀ ਜ਼ਿਆਦਾ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਘੱਟ ਗਿਣਤੀਆਂ ਦੇ ਵਿੱਚੋਂ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਬਹੁਤ ਹੀ ਜ਼ਿਆਦਾ ਕਾਸਟ ਪੱਖੋਂ ਨੀਵੀਂ ਜਾਤ ਦੇ ਨੇ, ਉਹਨਾਂ ਵਿੱਚੋਂ ਨੇ। ਕੀ ਵਾਪਰ ਰਿਹਾ ਹੈਗਾ? ਦੇਸ਼ ਦੇ ਰਾਸ਼ਟਰਪਤੀ ਚੁੱਪ ਕਿਉਂ ਨੇ? ਵਫਦ ਕਿਧਰੋਂ ਇਕੱਠੇ ਹੋ ਕੇ ਇੱਕ ਵਫਦ ਦੇ ਰੂਪ ਦੇ ਵਿੱਚ ਲੋਕ ਜਾਂਦੇ ਆ ਕਿ ਇਹਨਾਂ ਘਟਨਾਵਾਂ ਵੱਲੇ ਧਿਆਨ ਦਿਓ। ਕਹਿੰਦੇ ਜੀ ਠੀਕ ਆ, ਧਿਆਨ ਦਿਆਂਗੇ। ਹੁਣ ਰੱਬ ਜਾਣੇ ਉਹਨਾਂ ਨੇ ਧਿਆਨ ਦਿੱਤਾ ਜਾਂ ਨਹੀਂ ਦਿੱਤਾ, ਕਿਸ ਤਰ੍ਹਾਂ ਦਿੱਤਾ, ਪਰ ਹਾਲੇ ਤੱਕ ਧਿਆਨ ਦਿੱਤਾ ਹੋਇਆ ਸਰਕਾਰੀ ਲੈਵਲ ਦੇ ਉੱਪਰ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਕੁਝ ਗ੍ਰਿਫਤਾਰੀਆਂ ਹੋਈਆਂ ਵੀ ਉੱਥੇ ਦੱਸੀਆਂ ਜਾਂਦੀਆਂ ਨੇ। ਜਿਹੜਾ ਨੁਕਸਾਨ ਇੱਥੇ ਹੋਇਆ ਹੈਗਾ, ਗੱਡੀਆਂ ਸੜ ਰਹੀਆਂ ਨੇ, ਮਸਜਿਦ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਆ ਪਿੱਛੇ ਬੁੱਧਵਾਰ ਦੀ ਰਾਤ ਨੂੰ ਮੋਟਰਸਾਈਕਲ ਤੇ ਸਵਾਰ ਸੀਗੇ ਜੀ ਕੋਈ, ਉਹਨਾਂ ਨੇ ਮਸਜਿਦ ਨੂੰ ਅੱਗ ਲਾ ਕੇ ਸਾੜ ਦਿੱਤਾ। ਕੱਲੀ ਇੱਕ ਮਸਜਿਦ, ਇੱਕ ਮਸਜਿਦ ਨਹੀਂ, ਉਸ ਤੋਂ ਇਲਾਵਾ ਹੋਰਨਾਂ ਮਸਜਿਦਾਂ ਦੇ ਉੱਪਰ ਵੀ ਹਮਲੇ ਹੋਏ, ਘਰਾਂ ਦੇ ਉੱਪਰ ਹਮਲੇ ਹੋ ਰਹੇ ਨੇ, ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਗੱਡੀਆਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਗਿਆ। ਆ ਸਾਰਾ ਕੁਝ ਵਾਪਰ ਰਿਹਾ ਹੈਗਾ। ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ। ਗੱਡੀਆਂ ਦੀ ਕਿਹੜੀ ਗੱਲ ਆ, ਮਨੁੱਖਾਂ ਦੀ ਕਿਹੜੀ ਗੱਲ ਵਾ, ਦੇਸ਼ ਦੀ ਗੱਲ ਹੈ। ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਸਿਰੇ ਦੇ ਬੇਸ਼ਰਮ ਔਰ ਢੀਠ ਨੇ, ਉਹ ਕਹਿ ਸਕਦੇ ਨੇ कि फिर की होया, इस मुल्क को आज़ाद करवाने की खातर बहुत सारे लोग अपनी कुर्बानी दे गए थे, उनकी भी जान चले गई थी। देश का नाम ऊंचा रहना चाहिए, देश विकास की बुलंदियों को छूता रहना चाहिए। फिर क्या हुआ, कुछ लोगों की जाने चले गई। तो कह सकते ने बहुत सारे लोग इदां दे हैगे ने, इत्थे सिरे दे ढीठ और बेशर्म लोग हैगे ने। लोकां दीयां लाशां दे उपर सियासत की जाती है, लोकां दीयां लाशां दे उपर कुर्सी ढा के फिर सत्ता दा सुख माणदे ने। जिहड़े लोग वो ये गल कह सकते हैं
ਜਿਹੜੇ ਲੋਕ ਮੁਰਦਿਆਂ ਦੇ ਕਫਨ ਤੱਕ ਵੀ ਵੇਚ ਕੇ ਖਾ ਜਾਂਦੇ ਹੋਣ। ਪਤਾ ਚੇਤਾ ਆ ਗਿਆ ਹੋਣਾ ਤੁਹਾਨੂੰ। ਉਹ ਕੁਝ ਵੀ ਕਹਿ ਸਕਦੇ ਨੇ ਔਰ ਕੁਝ ਵੀ ਕਰ ਸਕਦੇ ਨੇ। ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਹਰਾ ਜੀਓ। ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਬੇਗਮਪੁਰਾ ਸ਼ਹਿਰ ਕੋ ਨਾਉ, ਇੱਕ ਇੱਦਾਂ ਦਾ ਰਾਜ ਜਿਹਦੀ ਕਲਪਨਾ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕੀਤੀ ਆ। ਇੱਕ ਰਾਜ ਦੋ ਤਰ੍ਹਾਂ ਦਾ, ਇੱਕ ਰਾਜ ਤੁਹਾਡੇ ਅੰਦਰ ਚੱਲਦਾ, ਤੁਹਾਡੇ ਮਨ ਦੀ ਅਵਸਥਾ ਇੱਦਾਂ ਦੇ ਉੱਦਾਂ ਦੇ ਮਾਹੌਲ ਦੇ ਵਿੱਚ ਉਡਾਰੀਆਂ ਲਾਉਂਦੀ ਹੈ। ਇੱਕ ਉਹ ਮਾਹੌਲ ਹੈ, ਇੱਕ ਉਹ ਰਾਜ ਹੈ। ਇੱਕ ਰਾਜ ਹੈ ਆ ਦੁਨਿਆਵੀ ਰਾਜ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਕੁਝ ਵਰੇ ਬਤੀਤ ਕਰਕੇ ਜਾਂਦੇ ਹਾਂ, ਜਿੱਥੇ ਅਸੀਂ ਜਿਉਂਦੇ ਜੀ ਰਹਿ ਰਹੇ ਹੁੰਦੇ ਹਾਂ, ਜਿੱਥੇ ਅਸੀਂ ਆਸੇ-ਪਾਸੇ ਦੇਖ ਸਕਦੇ ਹੁੰਦੇ ਹਾਂ ਕਿ ਵਾਪਰ ਕੀ ਰਿਹਾ ਹੈਗਾ। ਇੱਕ ਰਾਜ ਉੱਥੇ ਸਥਾਪਿਤ ਹੋਣਾ। ਸੋ ਦੋਨੋਂ ਹੀ ਤਰ੍ਹਾਂ ਦਾ ਰਾਜ, ਇੱਕ ਸਾਡੇ ਅੰਦਰਲਾ ਰਾਜ, ਇੱਕ ਬਾਹਰਲਾ ਰਾਜ, ਜਿਹਨੂੰ ਕੋਈ ਖਾਲਸਾ ਰਾਜ ਕਹਿੰਦਾ, ਕੋਈ ਖਾਲਿਸਤਾਨ ਕਹਿੰਦਾ, ਅਗਲੇ ਹਿੰਦੂ ਰਾਸ਼ਟਰ ਕਹਿੰਦੇ ਆ। ਫੈਸਲਾ ਇੱਥੋਂ ਦੇ ਲੋਕਾਂ ਨੇ ਕਰਨਾ ਕਿ ਤੁਹਾਨੂੰ ਕਿੱਦਾਂ ਦਾ ਰਾਜ। ਦੇਖੋ, ਸਿੱਖ ਇੱਕ ਰਾਜ ਦਾ ਮਾਡਲ ਤੁਹਾਡੇ ਸਾਹਮਣੇ ਪਹਿਲਾਂ ਦਿਖਾ ਚੁੱਕੇ ਨੇ। ਅੱਜ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਸੁਣਦਾ, ਪੋਸਟਾਂ ਵੀ ਕਈ ਪਾਉਂਦੇ ਹੈਗੇ ਆ ਕਿ ਕਿੱਦਾਂ ਦਾ ਹੋਊਗਾ ਖਾਲਿਸਤਾਨ। ਤੁਸੀਂ ਹੁਣ ਤੱਕ ਇੱਕ ਪਿੰਡ ਵੀ ਖਾਲਿਸਤਾਨ ਵਰਗਾ ਬਣਾ ਨਹੀਂ ਸਕੇ। ਸਿੱਖਾਂ ਨੂੰ ਉਹ ਸੰਬੋਧਿਤ ਹੋ ਕੇ ਕਹਿੰਦੇ ਆ। ਤਾਂ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਐਂ ਕਰੋ, ਸਰਕਾਰ ਦੇ ਉੱਪਰ ਕੋਈ ਦਬਾਅ ਬਣਾਓ। ਦਬਾਅ ਬਣਾ ਕੇ ਪੰਜਾਬ ਲਾ ਲਓ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਦੇ ਵਿੱਚ ਪੰਜਾਬ ਕਰ ਲਓ ਤਾਂ ਜ਼ਿਆਦਾ ਬਿਹਤਰ। ਮੇਰੀ ਸਲਾਹ ਹੀ ਆ। ਵੈਸੇ ਕੋਈ ਟੁਕੜਾ ਤੁਸੀਂ ਦੇਖੋ ਕਿੰਨੇ ਕੁ ਵਰਗ ਕਿਲੋਮੀਟਰ, ਕੁਛ ਇਦਾਂ ਦਾ ਟੋਟਾ ਕੋਈ ਦੇ ਦਿਓ, ਕੋਈ ਇੱਕ ਅੱਧਾ ਪਿੰਡ ਡਿਸਾਈਡ ਕਰ ਲਓ ਔਰ ਉਹਦੇ ਵਿੱਚ ਪੂਰਨ ਤੌਰ ਤੇ ਮੁਕੰਮਲ ਪਾਬੰਦੀ ਹੋਵੇ ਇਸ ਗੱਲ ਦੀ ਕਿ ਸਰਕਾਰੀ ਦਖਲਅੰਦਾਜ਼ੀ ਉਹਦੇ ਵਿੱਚ ਜਮਾਂ ਹੀ ਕਿਸੇ ਤਰ੍ਹਾਂ ਦੀ ਵੀ ਨਹੀਂ ਹੋਊਗੀ। ਇਦਾਂ ਦਾ ਕੋਈ ਇੱਕ ਵਾਰੀ ਤਜਰਬਾ ਕਰਕੇ ਵੇਖ ਲਓ। ਆਮ ਲੋਕ ਪਾਉਣ ਸਰਕਾਰ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਦਬਾਅ ਔਰ ਉਸ ਤੋਂ ਬਾਅਦ ਉਹਨਾਂ ਨੂੰ ਦੇਣ ਸਮਾਂ। 4 ਸਾਲ ਦਾ ਸਮਾਂ ਦੇ ਦਿਓ, ਉਹਨਾਂ ਨੂੰ 5 ਸਾਲ ਦਾ ਸਮਾਂ ਦੇ ਦਿਓ, ਉਹਨਾਂ ਨੂੰ ਦਿਓ ਸਮਾਂ ਕਿ ਤੁਸੀਂ ਇੰਨੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਇੱਕ ਮਾਡਲ ਬਣਾ ਕੇ ਵਿਖਾਓ ਕਿ ਤੁਹਾਡਾ ਰਾਜ ਕਿੱਦਾਂ ਦਾ ਹੋਊਗਾ। ਹੁਣ ਲੋਕ ਗੱਲਾਂ ਕਰ ਰਹੇ ਨੇ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣਾਏਂਗੇ, ये मुल्क हिंदू राष्ट्र देश बदल रहा है। अगले कहते देख रहे हैं ਅਸੀਂ क्या बदल रहा है, इदां दा बदल रहा है। पंजाब ਜਾਂ ਪੰਜਾਬੋਂ ਬਾਹਰ ਕਿਤੇ ਵੀ ਕੋਈ ਤਰਾਸਦੀ ਆਉਂਦੀ ਹੈ, ਸਿੱਖ ਜਥੇਬੰਦੀਆਂ, ਸਿੱਖ ਆਗੂ, ਸਿੱਖ ਧਿਰਾਂ, ਸਿੱਖ ਉੱਥੇ ਜਾ ਕੇ ਸੇਵਾ ਕਰਦੇ ਆ। ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਦਿੱਲੀ ਤੋਂ NIA ਵਾਲੇ ਆਉਂਦੇ ਆ, ਇੱਥੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੁੰਦੀ ਹੈ, ਉਹਨਾਂ ਦੀਆਂ ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ, ਉਹਨਾਂ ਦੇ ਖਾਤੇ ਬੈਂਕ ਅਕਾਊਂਟ ਚੈੱਕ ਕੀਤੇ ਜਾਂਦੇ ਨੇ, ਕਿੱਥੋਂ ਪੈਸੇ ਆਏ, ਕਿਹਨੇ ਭੇਜੇ ਨੇ, ਕਾਹਦੇ ਵਾਸਤੇ ਭੇਜੇ ਨੇ, ਜ਼ਰੂਰ ਚੈੱਕ ਕਰਨੇ ਚਾਹੀਦੇ ਨੇ। ਪਰ ਮੋਨੂ ਮਾਨੇਸਰ ਦਾ ਵੀ ਅਕਾਊਂਟ ਚੈੱਕ ਹੋਣਾ ਚਾਹੀਦਾ। ਮੋਨੂ ਮਾਨੇਸਰ ਦੇ ਪਿੱਛੇ ਕੌਣ ਲੋਕ ਨੇ, ਕੌਣ ਲੋਕ ਨੇ, ਕੌਣ ਲੋਕ ਨੇ। ਕੋਈ ਹਿੰਮਤ ਕਰੂੰਗਾ, ਕੋਈ ਹਿਆ ਕਰੂੰਗਾ, ਕੋਈ ਏਜੰਸੀਆਂ ਹਿਆ ਕਰਨਗੀਆਂ ਕਿ ਜਿਹੜੇ ਲੋਕ ਸੱਤਾ ਦੇ ਉੱਪਰ ਬੈਠੇ ਹੋਏ ਨੇ ਇਹਨਾਂ ਦੀ ਬੈਕਗਰਾਉਂਡ ਕੀ ਹੈ, ਕਿ ਉਹਦੇ ਆਧਾਰ ਦੇ ਉੱਪਰ ਉਹਨਾਂ ਦੇ ਖਿਲਾਫ ਕੋਈ ਢੁਕਵੀਂ ਕਾਰਵਾਈ ਕਰਨ ਦੀ ਜ਼ਰੂਰਤ ਕਰੇਗਾ, ਕੀ ਹੈ ਕਿਸੇ ਦੇ ਵਿੱਚ ਹਿੰਮਤ, ਕੀ ਕੋਈ ਕਰੇਗਾ ਇਹ ਸਾਰਾ ਕੁਝ। ਸੋ ਆਹ ਹਾਲਾਤ ਹੈਗੇ ਨੇ ਇੱਦਾਂ ਦੇ। ਇੱਕ ਕੰਪੈਰੀਜ਼ਨ ਕਰਕੇ ਵੇਖ ਲਓ। ਉੱਦਾਂ ਦਾ ਕੋਈ ਇੱਕ ਇਲਾਕਾ ਦਿਓ ਤਾਂ ਸਹੀ ਸਿੱਖਾਂ ਨੂੰ, ਸਿੱਖ ਤੁਹਾਨੂੰ ਦੱਸਣਗੇ ਕਿ ਹਾਂ ਵੀ ਇੱਦਾਂ ਦਾ ਹੁੰਦਾ ਖਾਲਸਾ ਰਾਜ, ਤੁਹਾਨੂੰ ਬਣਾ ਕੇ ਦੱਸ ਸਕਦੇ ਆ। ਹਾਲੇ ਤਾਂ ਉਹਨਾਂ ਦਾ ਰਾਜ ਨਹੀਂ ਹੈਗਾ, ਤਦ ਵੀ ਉਹ ਸਾਰਾ ਕੁਝ ਕਰਦੇ ਆ। ਹੁਣ ਆਪਾਂ ਭਾਰਤ ਦੀ ਗੱਲ ਕਰ ਰਹੇ ਸੀਗੇ। ਬਹੁਤ ਸਾਰੇ ਲੋਕ, ਮੈਂ ਵਿੱਚ ਹਿੰਦੀ ਦੇ ਵਿੱਚ ਲਫ਼ਜ਼ ਕੁਝ ਇਸ ਕਰਕੇ ਬੋਲੇ ਹੈਗੇ ਆ ਕਿਉਂਕਿ ਮੈਂ ਚਾਹੁੰਦਾ ਹੈਗਾ ਕਿ ਕੁਝ ਉਹਨਾਂ ਲੋਕਾਂ ਨੂੰ ਵੀ ਜਿਹੜੇ ਮਾੜੀ ਮੋਟੀ ਪੰਜਾਬੀ ਸਮਝਦੇ ਆ, ਜੇ ਕਿਤੇ ਇਸ ਪ੍ਰੋਗਰਾਮ ਨੂੰ ਸੁਣ, ਇਸ ਗੱਲ ਨੂੰ ਸੁਣ, ਉਹ ਉਹਨਾਂ ਨੂੰ ਵੀ ਥੋੜੀ ਜਿਹੀ ਸਮਝ ਆ ਸਕੇ ਕਿ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ नरेंद्र मोदी जी, ਉਹਨਾਂ ਦਾ ਇੱਕ ਇਹ ਵੀ ਕਹਿਣਾ ਹੈਗਾ कि मुसलमान औरतों को मैं कहना चाहता हूँ कि वो बीजेपी के ਜਿਹੜੇ ਲੀਡਰ ਨੇ उनको बीजेपी वालों को रखड़ी ਨੂੰ ਮੇਰੇ ਖਿਆਲ ਰਾਖੀ ਕਹਿੰਦੇ ਹੈਗੇ, ਰਾਖੀ ਬਾਂਧੇ। ਅੱਛਾ, ਮੈਂ ਸੋਚਦਾ ਹੈਗਾ ਕਿ ਮੁਸਲਮਾਨ ਔਰਤਾਂ ਨੂੰ, ਜਿਨ੍ਹਾਂ ਨੂੰ ਉਹ ਕਹਿੰਦੇ ਕਿ ਤੁਸੀਂ BJP ਵਾਲਿਆਂ ਨੂੰ ਰੱਖੜੀ ਬੰਨੋ, ਹੁਣ ਇੱਥੇ ਹੀ ਇਸੇ ਮੁਲਕ ਦੇ ਵਿੱਚ ਤੁਹਾਨੂੰ ਕੁਝ BJP ਦੇ ਆਗੂ ਇਦਾਂ ਦੇ ਵੀ ਮਿਲਣਗੇ ਜਿਹੜੇ ਵੱਡੀਆਂ ਵੱਡੀਆਂ ਭੀੜਾਂ ਨੂੰ, ਜਿਹੜੇ ਹਿੰਦੂ ਜਥੇਬੰਦੀਆਂ ਦੇ ਆਪਦੇ ਆਪ ਨੂੰ ਆਗੂ ਅਖਵਾਉਂਦੇ ਨੇ, ਉਹ ਇਹ ਗੱਲ ਕਹਿੰਦੇ ਆ ਕਿ ਜਿਹੜੇ ਹਿੰਦੂ ਨੌਜਵਾਨ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਫਸਾਉਣਗੇ, ਲਫ਼ਜ਼ ਦੁਬਾਰਾ ਬੋਲ ਦੇਣਾ ਬਹੁਤ ਬੁਰਾ ਲੱਗੂਗਾ ਕਈਆਂ ਨੂੰ, ਜਿਹੜੇ ਹਿੰਦੂ ਨੌਜਵਾਨ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਫਸਾਉਣਗੇ, ਉਹਨਾਂ ਦੇ ਨਾਲ ਵਿਆਹ ਕਰਵਾਉਣਗੇ, ਉਹਨਾਂ ਨੂੰ ਅਮਾਊਂਟ ਵੀ ਦੱਸਦੇ ਆ, ਉਹਨਾਂ ਨੂੰ ਇੰਨੇ ਆਪਾਂ ਰੁਪਈਏ ਦੇਵਾਂਗੇ, ਇਹ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਰੱਖੜੀਆਂ ਬੰਨੋ। ਤੁਸੀਂ ਦੱਸੋ ਜੀ ਉਹ ਕਿੰਨਾ ਕੁ ਹਿੰਮਤ ਕਰਨਗੀਆਂ ਕਿ ਰੱਖੜੀ ਬੰਨੀਏ ਆਪਾਂ। ਹਾਂ, ਚੇਤਾ ਆ ਗਿਆ ਮੈਨੂੰ, ਸੱਚ ਰੱਖੜੀਆਂ ਬੰਨਣ ਵਾਲੇ ਵੀ ਹੈਗੇ ਨੇ। ਇੱਕ ਗੱਲ ਤੁਸੀਂ ਹੋਰ ਧਿਆਨ ਦੇ ਨਾਲ ਦੇਖਿਓ, ਪੂਰੇ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ ਕਿੰਨੀ ਹੈ ਭਲਾ? ਮੁਸਲਮਾਨ ਆਗੂਆਂ ਦੀ ਵੀ ਵਿੱਚ ਹੁਣ ਗਿਣਤੀ ਦੇਖ ਲਿਓ। ਨੂਹ ਦਾ ਉਹ ਇਲਾਕਾ ਜਿੱਥੇ ਇਹ ਘਟਨਾਵਾਂ ਵਾਪਰੀਆਂ ਨੇ ਹਰਿਆਣੇ ਦੇ ਵਿੱਚ,
ਉੱਥੇ ਦੱਸਿਆ ਜਾ ਰਿਹਾ ਹੈ ਕਿ 70% ਤੋਂ ਵੀ ਵੱਧ ਸ਼ਾਇਦ ਆਬਾਦੀ ਮੁਸਲਮਾਨਾਂ ਦੀ ਹੈ। ਜਿੱਥੇ ਆਬਾਦੀ ਮੁਸਲਮਾਨਾਂ ਦੀ ਜ਼ਿਆਦਾ ਹੈ ਉੱਥੇ ਵੀ ਜੇ ਕੋਈ ਦੰਗਾਕਾਰੀ ਆ ਕੇ ਦੰਗਾ ਕਰ ਜਾਣ, ਅੱਗਾਂ ਲਾ ਜਾਣ, ਸਾਰਾ ਕੁਝ ਕਰ ਜਾਣ, ਮਸਜਿਦਾਂ ਤੱਕ ਨੂੰ ਵੀ ਸਾੜ ਜਾਣ, ਤਾਂ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਉਹ ਲੋਕ ਕੌਣ ਨੇ ਜਿਨ੍ਹਾਂ ਦੀ ਗਿਣਤੀ ਮੁਸਲਮਾਨਾਂ ਦੇ ਵਿੱਚ ਆਉਂਦੀ ਹੈ। ਕਿੱਥੇ ਨੇ ਉਹ ਮੁਸਲਮਾਨਾਂ ਦੇ ਆਗੂ? ਮੈਂ ਤੁਹਾਨੂੰ ਦੱਸਦਾ ਜਿੰਨੀ ਕੁ ਮੇਰੀ ਸਮਝ ਹੈਗੀ ਆ। ਦਰਅਸਲ ਕੀਤਾ ਕੀ ਜਾਂਦਾ ਹੈਗਾ, ਜਿਨ੍ਹਾਂ ਦਾ ਘਾਣ ਕਰਨਾ ਹੁੰਦਾ, ਜਿਸ ਕਮਿਊਨਿਟੀ ਦਾ ਘਾਣ ਕਰਨਾ ਹੁੰਦਾ, ਜਿਸ ਕੌਮ ਦਾ ਘਾਣ ਕਰਨਾ ਹੁੰਦਾ, ਉਸ ਕੌਮ ਦੇ ਆਗੂਆਂ ਨੂੰ ਅਗਲੇ ਆਪਣੇ ਨਾਲ ਇਹਦਾ ਬਰਾਬਰ ਕੁਰਸੀ ਤੇ ਬਹਾ ਲੈਂਦੇ ਆ। ਠੀਕ ਹੈ ਜੀ। ਫਿਰ ਜਿਹੜੇ ਬਹੁ ਗਿਣਤੀ ਲੋਕ ਉਸ ਕਮਿਊਨਿਟੀ ਦੇ ਹੁੰਦੇ ਨੇ ਉਹਨਾਂ ਨੂੰ ਇਹ ਜਾਪਣ ਲੱਗ ਪੈਂਦਾ ਵੀ ਸਾਡੀ ਕਮਿਊਨਿਟੀ ਦੇ ਇੱਕ ਖਾਸ ਬੰਦੇ ਨੂੰ ਉਹਨਾਂ ਨੇ ਖਾਸ ਰੁਤਬੇ ਦੇ ਉੱਪਰ ਬਿਠਾਤਾ ਹੋਇਆ, ਖਾਸ ਕੁਰਸੀ ਦੇ ਉੱਪਰ ਬਹਾਤਾ ਹੋਇਆ। ਉਹ ਤੇ ਉਹਨਾਂ ਦਾ ਤੇ ਚਾਅ ਹੀ ਨਹੀਂ ਲੱਥਦਾ ਹੈਗਾ, ਉਹ ਉਹਨਾਂ ਦੇ ਖਾਤੇ 'ਚ ਹੀ ਭੁਗਤਦੇ ਰਹਿੰਦੇ ਆ। ਫਿਰ ਉਹਨਾਂ ਨੂੰ ਇਹ ਵੀ ਲੱਗਣ ਲੱਗ ਪੈਂਦਾ ਕਿ ਜਦੋਂ ਸਾਡਾ ਕਤਲੇਆਮ ਹੋਇਆ ਜਾਂ ਜਦੋਂ ਸਾਡੇ ਕੁੱਟ ਪੈ ਰਹੀ ਹੈ, ਜਦੋਂ ਸਾਡੇ ਕੁੱਟ ਪੈ ਰਹੀ ਹੈ ਤਾਂ ਸਾਡੀ ਹੀ ਕਿਸੇ ਗਲਤੀ ਕਰਕੇ ਜਾਂ ਸਾਡੇ ਹੀ ਕਮਿਊਨਿਟੀ ਦੇ ਕਿਸੇ ਬੰਦੇ ਜਾਂ ਕਿਸੇ ਪਰਿਵਾਰ ਦੀ ਗਲਤੀ ਕਰਕੇ ਸਾਡੇ ਕੁੱਟ ਪੈ ਗਈ ਹੈ। ਫਿਰ ਉਹਨਾਂ ਨੂੰ ਇਹ ਲੱਗਣ ਲੱਗ ਪੈਂਦਾ, ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਫਿੱਟ ਹੋ ਜਾਂਦੀ ਆ ਵੀ ਜੇ ਉਹਨਾਂ ਨੇ ਸਾਨੂੰ ਕੁੱਟਣਾ ਹੁੰਦਾ, ਜੇ ਉਹਨਾਂ ਦਾ ਟੀਚਾ ਹੀ ਉਹ ਹੋਵੇ ਕਿ ਇਹਨਾਂ ਨੂੰ ਅਸੀਂ ਖਪਾਉਣਾ ਹੈ, ਇਹਨਾਂ ਦੀ ਹੋਂਦ ਖਤਮ ਕਰ ਸੁੱਟਣੀ ਆਪਾਂ, ਫਿਰ ਉਹ ਸਾਡੀ ਕਮਿਊਨਿਟੀ ਦੇ ਬੰਦੇ ਨੂੰ ਆਪਦੇ ਬਰਾਬਰ ਕਿਉਂ ਬਹਾਉਣ? ਭੁੱਲ ਜਾਂਦੇ ਨੇ ਉਸ ਵੇਲੇ ਉਹ ਲੋਕ ਕਿ ਅੱਤ ਦਰਜੇ ਨੀਵੇਂ ਤੋਂ ਨੀਵੇਂ ਜਾਤ ਕਹੀ ਜਾਣ ਵਾਲੀ ਜਿਹੜੀ ਆ ਉਹਦੇ ਰਾਸ਼ਟਰਪਤੀ, ਉਹਨੂੰ ਰਾਸ਼ਟਰਪਤੀ ਅਗਲੇ ਬਣਾ ਲੈਂਦੇ ਹੈਗੇ ਆ। ਤੇ ਪੂਰੇ ਭਾਰਤ ਵਿੱਚ ਦਲਿਤਾਂ ਦੀ ਸਥਿਤੀ ਕੀ ਹੈਗੀ ਆ, ਉਹਨਾਂ ਦਾ ਹਸ਼ਰ ਕਿੱਦਾਂ ਦਾ ਕੀਤਾ ਜਾਂਦਾ ਹੈਗਾ ਤੁਹਾਡੇ ਸਾਹਮਣੇ ਆ। ਤੁਸੀਂ ਦੇਖੋ ਰਾਸ਼ਟਰਪਤੀ ਤੋਂ ਵੱਡਾ ਉਹਦਾ ਤਾਂ ਕੋਈ ਨਹੀਂ ਹੈਗਾ, ਉਹਨੂੰ ਵੀ ਜ਼ਲੀਲ ਕੀਤਾ ਜਾਂਦਾ। ਕੀ ਇਹ ਜ਼ਲਾਲਤ ਨਹੀਂ ਹੁੰਦੀ ਹੈ? ਤੁਸੀਂ ਭਾਵੇਂ ਨਵੀਂ ਬਿਲਡਿੰਗ, ਚਲੋ ਸੰਸਦ ਦੀ ਆਪਾਂ ਕਹਿੰਦੇ ਕਿ ਬਰਾਬਰ ਬਣਾ ਲਈ, ਉਹਦੇ ਵਿੱਚ ਇਹ ਕਰਤਾ, ਤਬਦੀਲੀਆਂ ਕਰਤੀਆਂ, ਬਿਲਡਿੰਗ ਸੰਸਦ ਦੀ ਪਹਿਲਾਂ ਹੈਗੀ ਸੀਗੀ, ਇਹ ਹਿੰਦੂ ਰਾਸ਼ਟਰ ਬਣਾਉਣ ਜਾ ਰਹੇ ਨੇ, ਇਹ ਕਰਨ ਉਹ। ਪਰ ਜੋ ਵੀ ਹੈ, ਸੰਸਦ ਦੀ ਬਿਲਡਿੰਗ ਦਾ ਉਦਘਾਟਨ, ਸ਼ਾਇਦ ਮੈਂ ਗਲਤ ਹੋਵਾਂ ਪਰ ਮੈਨੂੰ ਲੱਗਦਾ ਕਿ ਉਹ ਤੇ ਰਾਸ਼ਟਰਪਤੀ ਦੇ ਹੱਥੋਂ ਹੋਣਾ ਹੁੰਦਾ, ਪਰ ਉੱਥੇ ਰਾਸ਼ਟਰਪਤੀ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ ਹੈ। ਬਾਕੀ ਹੁਣ ਜਿਹੜੇ ਲੋਕ ਉੱਥੇ ਹਾਜ਼ਰ ਸੀਗੇ ਉਹ ਲੋਕ ਇਮਾਨਦਾਰੀ ਦੇ ਨਾਲ ਆਪਣੇ ਅੰਦਰ ਝਾਤ ਮਾਰ ਕੇ ਕਮੈਂਟ ਕਰਕੇ ਦੱਸ ਦੇਣ, ਪੋਸਟਾਂ ਪਾ ਕੇ ਦੱਸ ਦੇਣ ਕਿ ਹਾਂ ਬਈ ਇਦਾਂ ਦੀ ਗੱਲ ਕੋਈ ਨਹੀਂ ਹੈਗੀ, ਉਹਦੀ ਵਜ੍ਹਾ ਕੋਈ ਹੋਰ ਸੀਗੀ ਵੀ ਅਸੀਂ ਤਾਂ ਹੈਗੇ ਆ ਸ਼ਡਿਊਲ ਕਾਸਟ, ਅਸੀਂ ਤਾਂ ਹੈਗੇ ਨੀਵੇਂ ਜਾਤਾਂ ਦੇ ਲੋਕ, ਵੀ ਅਸੀਂ ਵੀ ਉੱਥੇ ਹਾਜ਼ਰ ਸੀਗੇ, ਸਾਨੂੰ ਵੀ ਉੱਚੇ ਤੌਰ ਤੇ ਇਨਵਾਈਟ ਕੀਤਾ ਸੀਗਾ, ਅਸੀਂ ਉੱਥੇ ਬੈਠੇ ਸੀਗੇ। ਉਹ ਆਪ ਸਾਹਮਣੇ ਆ ਕੇ ਦੱਸ ਦੇਣ, ਕਿਉਂਕਿ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਹੈ ਨਹੀਂ ਹੈ। ਪਰ ਰਾਸ਼ਟਰਪਤੀ ਦਾ ਤਾਂ ਆਪਾਂ ਸਾਰਿਆਂ ਨੇ ਦੇਖਿਆ, ਇਦੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਸੀਗੇ ਉਹ ਵੀ ਜੇ ਕਿਸੇ ਮੰਦਿਰ ਦੀ ਪੌੜੀ ਦੇ ਉੱਪਰ ਜਾ ਚੜ੍ਹੇ ਆ ਤਾਂ ਉਹ ਕਹਿੰਦੇ ਕਿ ਮੰਦਿਰ ਭ੍ਰਿਸ਼ਟ ਹੋ ਗਿਆ, ਪੌੜੀਆਂ ਨੂੰ ਦੁੱਧ ਦੇ ਨਾਲ ਧੋ ਦਿਓ, ਇੱਦਾਂ ਹੀ ਹੋਣ ਵਾਲੇ ਨੇ। ਉਹ ਵੀ ਜੇ ਜਾਂਦੇ ਆ ਤਾਂ ਉਹਨਾਂ ਨੂੰ ਉੱਥੇ ਮਨਾ ਕਰ ਦਿੱਤਾ ਜਾਂਦਾ ਕਿ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ। ਸੋ ਇਸ ਤਰੀਕੇ ਦੇ ਨਾਲ ਜਿਸ ਕਮਿਊਨਿਟੀ ਦਾ ਘਾਣ ਕਰਨਾ, ਜਦੋਂ ਸਿੱਖਾਂ ਦਾ ਘਾਣ ਕਰਨਾ ਸੀਗਾ, ਦੇਸ਼ ਦਾ ਰਾਸ਼ਟਰਪਤੀ ਕੌਣ ਸੀ? ਗਿਆਨੀ ਜੈਲ ਸਿੰਘ। ਜੈਲ ਸਿੰਘ ਨਾਮ ਔਰ ਨਾਂ ਦੇ ਮੂਹਰੇ ਗਿਆਨੀ ਲਫ਼ਜ਼ ਵੀ ਲੱਗਦਾ ਸੀਗਾ। ਉਸ ਤੋਂ ਬਾਅਦ ਤੁਸੀਂ ਅੰਦਾਜ਼ੇ ਲਾ ਕੇ ਦੇਖ ਲਓ, ਸਨ 2002 ਤੁਸੀਂ ਅੰਦਾਜ਼ੇ ਲਾ ਕੇ ਦੇਖ ਲਓ, ਤੁਸੀਂ ਆਪ ਪਿੱਛੇ ਝਾਤ ਮਾਰ ਕੇ ਦੇਖ ਲਓ, ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ। ਪਹਿਲਾਂ ਮੈਂ ਸਾਰੀਆਂ ਗੱਲਾਂ ਕਰ ਹਟਿਆ, ਮੈਂ ਤੁਹਾਨੂੰ ਮੋਨੂ ਮਾਨੇਸਰ ਦੀ ਗੱਲ ਵੀ ਕਰ ਹਟਿਆ, ਖੱਟਰ ਸਾਹਿਬ ਦੀ ਵੀ ਗੱਲ ਕਰ ਹਟਿਆ ਤੇ ਉਹ ਕਹਿੰਦੇ ਕਿ ਪੁਲਿਸ ਹੁਣ ਇੰਨੇ ਸਾਰੇ ਕਾਸੇ ਨੂੰ ਕਿੱਦਾਂ ਠੀਕ ਕਰੇ। ਫਿਰ ਆਮ ਲੋਕ ਪੋਸਟਾਂ ਵੀ ਪਾ ਰਹੇ ਨੇ, ਫਿਰ ਤੁਹਾਡਾ ਅਚਾਰ ਪਾਉਣਾ, ਫਿਰ ਜੇ ਤੁਸੀਂ ਸਥਿਤੀ ਨੂੰ ਕੰਟਰੋਲ ਹੀ ਨਹੀਂ ਕਰ ਸਕਦੇ, ਫਿਰ ਆਮ ਲੋਕਾਂ ਨੂੰ ਕਹਿ ਲਓ ਭਾਈ ਤੁਸੀਂ ਤੁਹਾਨੂੰ ਖੁੱਲੀ ਛੁੱਟੀ ਆ, ਵੀ ਅਗਲੇ ਤੁਹਾਡੇ ਨਾਲ ਸਿੱਝਦਾ ਤੁਸੀਂ ਉਹਨਾਂ ਨਾਲ ਸਿੱਝ ਲਓ, ਐ ਕਰ ਲਓ, ਫਿਰ ਇਦਾਂ ਹੋ ਜਾਵੇ। ਫਿਰ ਕੀ ਇਹ ਠੀਕ ਹੈ? ਇਹ ਠੀਕ ਨਹੀਂ ਹੈ। ਮੈਨੂੰ ਯਾਦ ਭੁੱਲ ਗਿਆ ਹੋਣੀ, ਉੱਥੇ ਕਿਸੇ ਜ਼ਿਲ੍ਹੇ ਦੇ ਇੱਕ SSP ਸਾਹਿਬ ਹੈਗੇ ਨੇ, ਉਹ ਦੱਸ ਰਹੇ ਆ, ਕਹਿੰਦੇ ਕਿ ਉਹਨਾਂ ਨੇ ਜਦੋਂ ਇਹ ਯਾਤਰਾ ਕੱਢੀ ਜਾ ਰਹੀ ਸੀਗੀ ਨਾ, ਤਾਂ ਉਸ ਵੇਲੇ ਉਹਨਾਂ ਵੱਲੋਂ DJ ਲਗਾ ਕੇ ਕਿਸੇ ਮਸਜਿਦ ਦੇ ਮੂਹਰੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਉੱਥੋਂ DJ ਚੁਕਵਾਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਭੀੜਾਂ ਦੇ ਉੱਪਰ ਲਾਠੀ ਚਾਰਜ ਵੀ ਕਰਵਾਇਆ SSP ਸਾਹਿਬ ਨੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਦੰਗੇ ਹੋਣ ਤੋਂ ਰੋਕ ਲਏ, ਉੱਥੇ ਉਹਨਾਂ ਨੇ ਅੱਗਾਂ ਲੱਗਣ ਤੋਂ ਰੁਕਵਾਤਾ, ਪਰ ਉਹਦਾ ਖਮਿਆਜ਼ਾ ਭੁਗਤਣਾ ਪਿਆ। ਉਹਨਾਂ ਨੂੰ ਚੱਕ ਕੇ ਟਰਾਂਸਫਰ ਕਰਕੇ ਹੋਰ ਕਿਧਰੇ ਭੇਜ ਦਿੱਤਾ ਗਿਆ, ਪਰ ਉਹਨਾਂ ਨੇ ਟਰਾਂਸਫਰ ਕਰਵਾਉਣਾ ਮਨਜ਼ੂਰ ਕਰ ਲਿਆ, ਪਰ ਉਹਨਾਂ ਨੇ ਉੱਥੇ ਅੱਗਾਂ ਲੱਗਣ ਤੋਂ ਉਹ ਸ਼ਹਿਰ ਨੂੰ ਰੋਕ ਲਿਆ। ਇੱਦਾਂ ਦੀ ਗੱਲਬਾਤ ਵੀ ਮੈਂ ਸੁਣ ਰਿਹਾ। ਸੋ ਦੇਸ਼ ਬਦਲ ਰਿਹਾ ਹੈ ਭਾਈ, ਅੱਗਾਂ ਲੱਗ ਰਹੀਆਂ ਨੇ ਗੱਡੀਆਂ ਨੂੰ। ਪਹਿਲਾਂ ਮੈਂ ਗੱਲ ਕਰ ਹਟਿਆ, ਸਰਕਸ ਦੀ ਗੱਲ ਕਰ ਹਟਿਆ। ਇੱਥੇ ਹੁਣ ਤਮਾਸ਼ੇ ਨਹੀਂ ਹੁੰਦੇ ਹੈਗੇ, ਹਾਲਾਂਕਿ ਉਹ ਤਮਾਸ਼ੇ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਹੁੰਦਾ, ਮਨੋਰੰਜਨ ਕੀਤਾ ਜਾ ਰਿਹਾ ਹੁੰਦਾ। ਪਰ ਮੈਂ ਪਹਿਲਾਂ ਕਹਿ ਕੇ ਹਟਿਆ, ਮੈਂ ਖੁਦ ਇਸ ਗੱਲ ਦੇ ਲਈ ਐਗਰੀ ਕਰਦਾ ਹੈਗਾ ਕਿ ਜਿੰਨੇ ਵੀ ਜਾਨਵਰ ਨੇ, ਦੇਖੋ ਜਾਨਵਰ
ਹਾਥੀ ਆ, ਜਿਹੜੇ ਵੀ ਪਸ਼ੂ ਪੰਛੀ ਜਿਹੜੇ ਵੀ ਹੈਗੇ ਆ, ਉਹ ਖੁੱਲ੍ਹੀ ਆਜ਼ਾਦੀ ਆ, ਉਹਨਾਂ ਨੂੰ ਜਿੱਥੇ ਮਰਜ਼ੀ ਉਡਾਰੀਆਂ ਲਾਉਂਦੇ ਫਿਰਨ, ਉਹਨਾਂ ਨੂੰ ਇੱਦਾਂ ਕੈਦ ਕਰਕੇ ਰੱਖਣਾ ਇਹ ਕੋਈ ਤਰੀਕਾ ਨਹੀਂ ਹੈਗਾ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਪਰ ਇੱਥੇ ਹਿਸਾਬ ਕਿਤਾਬ ਉਲਟ ਹੈਗਾ। ਇੱਥੇ ਹਿਸਾਬ ਕਿਤਾਬ ਇੱਦਾਂ ਦਾ ਬਣ ਗਿਆ ਹੈਗਾ ਕਿ ਠੀਕ ਆ ਜੀ, ਉਹਨਾਂ ਵਾਸਤੇ ਦਾ ਕਾਨੂੰਨ ਬਣਾਤੇ ਹੈਗੇ ਆ, ਸਾਰਾ ਕੁਝ ਵਧੀਆ ਕਰ ਦਿੱਤਾ ਹੈਗਾ, ਪਰ ਤਮਾਸ਼ੇ ਫਿਰ ਇੱਥੇ ਜਿਹੜੇ ਮਨੁੱਖ ਹੈਗੇ ਨੇ ਜਿਉਂਦੇ ਜਾਗਦੇ, ਘੱਟੋ ਘੱਟ ਉਹਨਾਂ ਦੇ ਵੀ ਤਾਂ ਤਮਾਸ਼ੇ ਨਾ ਬਣਨ। ਜਿਹੜੇ ਜਾਨਵਰ ਪ੍ਰੇਮੀ ਹੈਗੇ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਾਨਵਰ ਪ੍ਰੇਮ ਤੁਸੀਂ ਕਰੋ, ਪਰ ਥੋੜ੍ਹਾ ਜਿਹਾ ਉਸ ਪ੍ਰੇਮ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਵੀ ਥੋੜ੍ਹਾ ਜਿਹਾ ਦੇਖੋ। ਤੁਸੀਂ ਦੇਖੋ ਤੁਹਾਡੇ ਨਾਲ ਦੇ ਹੀ ਹੈਗੇ ਨੇ, ਬਾਰੀ ਨਾ ਉਡੀਕੋ ਪਿਆ ਜੋ ਉਹਨਾਂ ਦੀ ਬਾਰੀ ਆਈ ਆ, ਸਾਡੀ ਬਾਰੀ ਨਹੀਂ ਆਉਣੀ ਖਰੇ। ਇੱਥੇ ਹੋ ਗਿਆ ਪੰਜਾਬ ਦਿਆਂ ਨੂੰ ਵੀ ਕਹਿਣਾ ਚਾਹੁੰਦਾ, ਅਗਲੇ ਨੇ ਕੱਲ੍ਹ ਦੀ ਇੱਕ ਖਬਰ ਧਮਾਈ ਹੋਈ ਆ, ਉਹ ਕਹਿੰਦੇ ਕਿ ਉੱਥੇ ਇੱਕ ਗੱਡੀ ਦੇਖੀ ਗਈ, ਪੰਜਾਬ ਨੰਬਰ ਸੀਗਾ, ਭਾਵ ਕਿ ਵਿੱਚ ਵਿਚਾਲੇ ਕੁਛ ਇੱਦਾਂ ਦੀ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਜਿਹੜੇ ਦੰਗੇ ਹੋਏ ਜਾਂ ਇਹ ਜਿਹੜੀ ਭੜਕਾਹਟ ਪੈਦਾ ਹੋਈ ਹੈ ਵੀ ਗੱਡੀ ਇੱਕ ਸੀਗੀ ਪੰਜਾਬ ਦੀ, ਤੁਹਾਡੇ ਵੱਲ ਨੂੰ ਵੀ ਅੱਗ ਦਾ ਸੇਕਾ ਜਿਹਾ ਹੈ ਵੀ ਇਹ ਇੱਧਰ ਵੀ ਇਹਨਾਂ ਨੇ ਕੁਛ ਕੀਤਾ ਜਾਂ ਇੱਧਰੋਂ ਆ ਕੁਛ। ਸੋ ਕੁਛ ਲੋਕ ਜਿਹੜੇ ਹੈਗੇ ਨੇ ਪੰਜਾਬ ਦੀ ਧਰਤੀ ਦੇ ਉੱਪਰ, ਕੁਛ ਲੀਡਰ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਵੇਂ ਤੁਸੀਂ ਕੁਛ ਹੀ ਹੈਗੇ ਹੋ, ਪਰ ਬੋਲੋ, ਜ਼ਰੂਰ ਬੋਲੋ। ਪੱਤਰਕਾਰ ਭਾਈਚਾਰਾ ਹੈਗਾ, ਜ਼ਰੂਰ ਬੋਲੋ, ਅਸੀਂ ਜ਼ਰੂਰ ਬੋਲੀਏ। ਸਾਡੀ ਆਵਾਜ਼ ਇੱਥੇ ਫਿਜ਼ਾ ਦੇ ਵਿੱਚ ਗੂੰਜਣੀ ਚਾਹੀਦੀ ਹੈ। ਜ਼ਿੰਦਗੀ ਜਿਉ ਕੇ ਚੱਲ ਜਾਣਾ, ਸਾਰਿਆਂ ਨੇ ਜ਼ਿੰਦਗੀ ਜਿਉ ਕੇ ਚੱਲ ਜਾਣਾ। ਭਾਰਤੀ ਮੀਡੀਆ ਆਪਦੇ ਤਰੀਕੇ ਨਾਲ ਗੱਲ ਕਰਦਾ, ਜਿਹੜੀ ਤੁਹਾਡੀ ਚੁੱਪੀ ਹੁੰਦੀ ਹੈਗੀ ਆ, ਉਹ ਵੀ ਸਦੀਆਂ ਤੱਕ ਅਸਰ ਪਾਉਂਦੀ ਆ, ਚੰਗੇ ਤੇ ਮਾੜਾ। ਜੇ ਕੁਛ ਮਾੜਾ ਹੋਊਗਾ, ਚੁੱਪ ਰਹੋਗੇ, ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਾਂਭੋਗੇ, ਤਾਂ ਫਿਰ ਉਹਦਾ ਵੀ ਖਮਿਆਜ਼ਾ ਭੁਗਤਣਾ ਪੈਂਦਾ ਹੁੰਦਾ। ਸਾਨੂੰ ਨਾ ਭੁਗਤਣਾ ਪਊਗਾ, ਗਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਊਗਾ। ਸੋ ਜਿਹੜੇ ਕੁਛ ਲੀਡਰ ਹੈਗੇ ਨੇ ਪੰਜਾਬ ਦੇ, ਉਹਨਾਂ ਵਿੱਚੋਂ ਕੁਛ ਸਿਰਫ ਮੈਂ ਦੇਖਿਆ ਕਿ ਉਹ ਬੋਲੇ ਨੇ, ਥੋੜ੍ਹਾ ਬੋਲੇ ਨੇ, ਪਰ ਜ਼ਿਆਦਾ ਬੋਲਣਾ ਚਾਹੀਦਾ। ਮੈਨੂੰ ਲੱਗਦਾ ਕਿ ਜੋ ਕੁਝ ਵੀ ਵਾਪਰ ਰਿਹਾ ਹੈਗਾ, ਸੜਕਾਂ ਦੇ ਉੱਪਰ ਆ ਕੇ ਬਕਾਇਦਾ ਉਹਨਾਂ ਨੂੰ ਪ੍ਰੋਗਰਾਮ ਦੇਣੇ ਚਾਹੀਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਵੀ ਹੋਰ ਰੁਝੇਵਿਆਂ 'ਚ ਰੁੱਝੇ ਹੋਏ ਨੇ, ਉਹਨਾਂ ਨੂੰ ਬਕਾਇਦਾ ਇਹਨਾਂ ਗੱਲਾਂ ਦੇ ਉੱਪਰ ਵੀ ਆਉਣਾ ਚਾਹੀਦਾ ਹੈਗਾ। ਉਹਨਾਂ ਨੂੰ ਬਕਾਇਦਾ ਇਹ ਗੱਲ ਦੇਖਣੀ ਚਾਹੀਦੀ ਆ, ਸਮਝਣੀ ਚਾਹੀਦੀ ਆ ਕਿ ਜਿਹੜੇ ਅੱਗ ਦੇ ਸੇਕ ਉਧਰ ਨੇ, ਇਹ ਮਤ ਸੋਚੋ ਕਿ ਇੱਧਰ ਨੂੰ ਵੀ ਨਹੀਂ ਆਉਣਗੇ। ਇੱਕ ਗੱਲ ਹੋਰ ਖਾਸ ਕਹਿ ਕੇ ਮੈਂ ਸਮਾਪਤੀ ਕਰਦਾ। ਉਹ ਖਾਸ ਗੱਲ ਇਹ ਹੈ, ਮੈਂ ਕੱਲ੍ਹ ਇੱਕ ਪੋਸਟ ਪੜ੍ਹ ਰਿਹਾ ਸੀਗਾ, ਪਿਛਲੇ 2 ਦਿਨਾਂ ਤੋਂ ਕਿਸੇ ਨੇ ਲਿਖਿਆ ਹੋਇਆ ਸੀਗਾ, ਕਹਿੰਦੇ ਕਿ ਜਾਗਦੇ ਰਹੋ ਸਿੱਖੋ, ਜਾਗਦੇ ਰਹੋ, ਬਾਰੀ ਤੁਹਾਡੀ ਵੀ ਆ ਜਾਣੀ ਆ ਪੰਜਾਬੀਓ। ਮੈਂ ਉਸ ਪੋਸਟ ਨੂੰ ਵੇਖਣ ਤੋਂ ਬਾਅਦ ਅੱਜ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਿੱਖੋ ਅਤੇ ਪੰਜਾਬੀਓ, ਤੁਸੀਂ ਆਪਣੀ ਬਾਰੀ ਦੀ ਇੰਤਜ਼ਾਰ ਨਾ ਕਰੋ ਕਿ ਸਾਡੀ ਬਾਰੀ ਵੀ ਆ ਜਾਊਗੀ। ਤੁਹਾਡੀ ਬਾਰੀ ਪਹਿਲਾਂ ਦੀ ਆਈ ਹੋਈ ਹੈ, ਔਰ ਤੁਹਾਡੀ ਬਾਰੀ ਇੱਦਾਂ ਦੀ ਆਈ ਕਿ ਮੁੜ ਕੇ ਵਾਪਸ ਗਈ ਨਹੀਂ, ਅੱਜ ਤੱਕ ਵੀ ਜਾਰੀ ਹੈ। 1984 'ਚ ਤੁਹਾਡੀ ਬਾਰੀ ਨਹੀਂ ਆਈ, ਜਦੋਂ ਤੁਸੀਂ ਪੰਜਾਬੀ ਸੂਬਾ ਮੰਗਿਆ ਉਦੋਂ ਤੁਹਾਡੀ ਬਾਰੀ ਨਹੀਂ ਆਈ। ਤੁਸੀਂ ਕਹਿੰਦੇ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਅਸੀਂ 85% ਤੋਂ ਵੱਧ ਕੁਰਬਾਨੀਆਂ ਕੀਤੀਆਂ, ਫਿਰ ਤੁਸੀਂ ਖੁਦ ਇਹ ਗੱਲ ਮੰਨਦੇ ਹੋ, ਕਹਿੰਦੇ ਹੋ ਕਿ 101 ਸਰਕੂਲਰ ਜਾਰੀ ਹੁੰਦਾ ਹੈ, ਔਰ ਉਹ ਸਰਕੂਲਰ ਜਿਹੜਾ ਜਦੋਂ ਲੀਕ ਹੁੰਦਾ ਤੇ ਉਹਦੇ ਵਿੱਚ ਲਿਖਿਆ ਗਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਦੇ ਉੱਪਰ ਖਾਸ ਨਿਗਾਹ ਰੱਖੀ ਜਾਵੇ। ਕੀ ਇਹਨੂੰ ਬਾਰੀ ਆਈ? ਨਹੀਂ ਕਹਿੰਦੇ। ਪੰਜਾਬੀ ਸੂਬਾ ਜਦੋਂ ਤੁਸੀਂ ਉਹਦੇ ਵਾਸਤੇ ਮੋਰਚੇ ਲਾਉਂਦੇ ਆ ਤਾਂ ਕੀ ਤੁਹਾਡੀ ਉਦੋਂ ਬਾਰੀ ਨਹੀਂ ਆਈ? 84 ਦੇ ਵਿੱਚ, 78 ਦੇ ਵਿੱਚ ਕੀ ਤੁਹਾਡੀ ਬਾਰੀ ਨਹੀਂ ਆਈ? ਨਵੰਬਰ 1984 ਵਿੱਚ ਕੀ ਤੁਹਾਡੀ ਬਾਰੀ ਨਹੀਂ ਆਈ? ਕੀ ਫੇਕ ਐਨਕਾਊਂਟਰਾਂ ਦਾ ਦੌਰ ਪੰਜਾਬ ਦੇ ਵਿੱਚ ਚੱਲਿਆ ਜਦੋਂ ਤੁਸੀਂ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਦੇ ਸੀਗੇ, ਕੀ ਉਦੋਂ ਤੁਹਾਡੀ ਬਾਰੀ ਨਹੀਂ ਆਈ? ਕਿਹੜੀ ਬਾਰੀ ਦੀ ਉਡੀਕ ਕਰਦੇ ਹੋ? ਤੁਹਾਡੀ ਬਾਰੀ ਪਹਿਲਾਂ ਆ ਚੁੱਕੀ ਹੈ। ਜੇ ਨਹੀਂ ਦੀਦੀ ਤਾਂ ਦੇਖੋ, ਪਿੱਛੇ ਝਾਤ ਮਾਰ ਕੇ ਵੇਖੋ, ਆਪਣੇ ਆਸੇ-ਪਾਸੇ ਵੇਖੋ, ਅੱਜ ਵੀ ਤੁਹਾਡੀ ਬਾਰੀ ਆਈ ਹੋਈ ਹੈ। ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ। ਤੁਹਾਡੇ ਕੋਲ ਤੁਹਾਡੀ ਮਾਂ ਬੋਲੀ ਵੱਖ-ਵੱਖ ਢੰਗ ਤਰੀਕਿਆਂ ਨਾਲ ਖੋਈ ਜਾ ਰਹੀ ਹੈ। ਖੋਣ ਦਾ ਮਤਲਬ ਕੋਈ ਬਾਹੋਂ ਫੜ ਕੇ ਨਹੀਂ ਖੋ ਰਿਹਾ ਹੈਗਾ। ਤੁਹਾਡੇ ਆਸੇ-ਪਾਸੇ ਇੱਕ ਵਾਤਾਵਰਣ, ਇੱਕ ਮਾਹੌਲ, ਇੱਕ ਨੈਰੇਟਿਵ ਇੱਦਾਂ ਦਾ ਸੈੱਟ ਕੀਤਾ ਜਾ ਰਿਹਾ ਹੈਗਾ ਕਿ ਤੁਸੀਂ ਉਸ ਚੁੰਗਲ ਵਿੱਚ ਫਸ ਰਹੇ ਹੋ। ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਅਸੀਂ ਕਦੋਂ ਤੇ ਕਿਹੜੇ ਵੇਲੇ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਵਿਰਸੇ ਤੋਂ ਟੁੱਟ ਰਹੇ ਹਾਂ। ਸੋ ਤੁਹਾਨੂੰ ਤੋੜਿਆ ਜਾ ਰਿਹਾ ਹੈਗਾ। ਤੁਹਾਡੀ ਵਾਰੀ ਆਈ ਹੋਈ ਹੈ। ਹੁਣ ਨਹੀਂ ਨਜ਼ਰ ਆਉਂਦੀ ਕਿਸੇ ਨੂੰ ਤਾਂ ਉਹਨੂੰ ਇੱਦਾਂ ਮਾੜਾ ਮੋਟਾ ਗੱਲਾਂ ਨਾਲ ਸਮਝਾ ਹੀ ਸਕਦੇ ਹਾਂ ਭਈ ਭਾਈ ਦੇਖੋ ਤੁਹਾਡੀ ਵਾਰੀ ਆਈ ਹੋ ਆ। ਪਰ ਜੇ ਤਦ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਨਾ, ਫਿਰ ਮੈਨੂੰ ਇਹ ਲੱਗਦਾ ਕਿ ਜਿੱਦਣ ਸਿੱਧੀ ਆਊਗੀ ਤਾਂ ਉਦੋਂ ਹੀ ਲੱਗੂਗਾ ਕਿ ਹਾਂ ਵੀ ਸਾਡੀ ਵਾਰੀ ਆ ਗਈ ਹੋ ਆ ਗਈ ਹੋਈ ਆ ਤੁਹਾਡੀ ਵਾਰੀ ਭਾਈ। ਅੱਖਾਂ ਖੋਲੋ, ਜਾਗੋ। ਉਮੀਦ ਕਰਦੇ ਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਮੁਲਕ ਨੂੰ ਚਲਾ ਰਹੇ ਨੇ ਲੀਡਰ, ਉਹਨਾਂ ਦੇ ਕਿਤੇ ਮਨ ਸਮੱਤਿਆ ਪਾ ਜਾਵੇ, ਉਹਨਾਂ ਨੂੰ ਵੀ ਥੋੜ੍ਹੀ ਜਿਹੀ ਇਸ ਗੱਲ ਦੀ ਅਕਲ ਆ ਜਾਵੇ ਕਿ ਭਲਿਓ ਅਕਲ ਨੂੰ ਹੱਥ ਮਾਰੋ। ਇਸ ਜ਼ਿੰਦਗੀ ਨੂੰ ਜੀਣ ਵਾਸਤੇ ਤੁਹਾਡੇ ਵਾਂਗ ਬਾਕੀ ਲੋਕ ਵੀ ਆਏ ਹੋਏ ਨੇ। ਤੁਸੀਂ ਆਪ ਵੀ ਜੀਓ ਤੇ ਲੋਕਾਂ ਨੂੰ ਵਧੀਆ ਤਰੀਕੇ ਦੇ ਨਾਲ ਜੀਣ ਦਿਓ। ਜ਼ਰੂਰੀ ਨਹੀਂ ਹੈਗਾ ਕਿ ਇਲੈਕਸ਼ਨ ਆ ਰਹੇ ਨੇ ਇਸ ਤਰੀਕੇ ਦੇ ਨਾਲ ਹੀ ਇਲੈਕਸ਼ਨ ਜਿੱਤਣੇ ਆ। ਹਾਰ ਜਾਓ ਫਿਰ ਕੀ ਹੋ ਗਿਆ? ਹਾਰ ਜਾਣਾ ਮੁਲਕ ਦੇ ਵਾਸਤੇ, ਲੋਕਾਂ ਦੇ ਵਾਸਤੇ, ਸਮਾਜ ਦੇ ਵਾਸਤੇ ਹਾਰ ਜਾਣਾ ਵੀ ਜਿੱਤ ਦੇ ਬਰਾਬਰ ਹੀ ਹੁੰਦਾ ਹੈਗਾ। ਕਿਤੇ ਵੇਖੋ
ਹਾਰ ਦਾ ਸਵਾਦ ਵੀ ਕਦੇ ਲੈ ਕੇ ਵੇਖ ਲਓ। ਉਹ ਹਾਰ ਜਿਹਦੇ ਨਾਲ ਲੋਕਾਂ ਦੀ ਬਿਹਤਰੀ, ਜਿਹਦੇ ਨਾਲ ਲੋਕਾਂ ਨੂੰ ਬਿਹਤਰ ਜੀਵਨ ਮਿਲ ਸਕਦਾ ਹੋਵੇ, ਕਰਕੇ ਵੇਖੋ ਕੁਛ। ਪਰ ਸਵਾਦ ਕੁਛ ਵੱਖਰੀ ਤਰ੍ਹਾਂ ਦਾ ਪੈ ਗਿਆ। ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗ ਗਿਆ ਹੈਗਾ, ਉਹਨਾਂ ਨੂੰ ਕਿਸੇ ਹੋਰ ਅੰਮ੍ਰਿਤ ਵਰਗੇ ਰਸ ਦੇ ਨਾਲ ਸਵਾਦ ਨਹੀਂ ਆਉਂਦਾ ਹੈਗਾ। ਗੱਲ ਇੱਦਾਂ ਵੀ ਹੈਗੀ ਆ। ਹੁਣ ਉਹਨਾਂ ਨੂੰ ਕਿੱਦਾਂ ਨੱਥ ਪਾਈ ਜਾ ਸਕਦੀ ਹੈ, ਕਮੈਂਟ ਕਰਕੇ ਦੱਸਿਓ। ਤੁਸੀਂ ਆਪਣੀ ਰਾਏ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਓ ਕਿ ਉਹ ਕਹਿੰਦੇ ਕਿ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ, ਉਹ ਕਹਿੰਦੇ ਕਿ ਦੇਸ਼ ਬਦਲ ਰਹਾ ਹੈ। ਸਿੱਖ ਪੰਜਾਬ ਦੇ ਵਿੱਚ ਕਹਿੰਦੇ ਕਿ ਸਾਡਾ ਕਦੀ ਆਪਣਾ ਰਾਜ ਹੁੰਦਾ ਸੀ, ਅਸੀਂ ਉਹਦੀ ਮੁੜ ਬਹਾਲੀ ਚਾਹੁੰਦੇ ਹਾਂ। ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਪੂਰਾ ਦੇਸ਼, ਜਿਹੜੇ ਦੇਸ਼ ਭਗਤ ਨੇ ਉਹ ਦੱਸਣ ਕਿ ਦੇਸ਼ ਕਿੱਦਾਂ ਬਚੂਗਾ, ਕਿੱਦਾਂ ਸਾਰਾ ਕੁਝ ਠੀਕ ਹੋ ਸਕਦਾ। ਤੇ ਜਿਹੜੇ ਚਾਹੁੰਦੇ ਨੇ ਕਿ ਨਹੀਂ ਉਹ ਵੀ ਬਚਣ ਤੇ ਅਸੀਂ ਆਪਣਾ ਮੁਲਕ ਵੇਖਣਾ ਚਾਹੁੰਦੇ ਹਾਂ, ਉਹੀ ਮਹਾਰਾਜਾ ਰਣਜੀਤ ਸਿੰਘ ਵਾਲਾ ਅਸੀਂ ਮੁੜ ਬਹਾਲੀ ਚਾਹੁੰਦੇ ਹਾਂ, ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਉਹ ਸਾਰਾ ਕੁਝ ਕਿੱਦਾਂ ਸੰਭਵ ਹੋ ਸਕਦਾ ਮੌਜੂਦਾ ਸਮੇਂ ਦੇ ਵਿੱਚ, ਮੌਜੂਦਾ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ। ਜ਼ਰੂਰ ਕਮੈਂਟ ਕਰਕੇ ਦੱਸਿਓ। ਬਹੁਤ ਬਹੁਤ ਧੰਨਵਾਦ।